ਪਾਠ 1 ਸੰਯੁਕਤ ਪ੍ਰਭਾਵ ਕਾਰਵਾਈ ਵਿੱਚ। ਤੁਹਾਨੂੰ ਉਹ ਕਹਾਣੀ ਪਤਾ ਹੈ, ਹੌਲੀ ਅਤੇ ਸਥਿਰ ਰਹੋ ਅਤੇ ਦੌੜ ਜਿੱਤੋ। ਕਛੂਆ ਅਤੇ ਖਰਗੋਸ਼ ਦੀ ਕਹਾਣੀ ਸੁਣੀ ਹੈ। ਭਰਾਵੋ ਅਤੇ ਭੈਣੋ, ਮੈਂ ਕਛੂਆ ਹਾਂ। ਮੈਨੂੰ ਪੂਰਾ ਸਮਾਂ ਦਿਓ ਅਤੇ ਮੈਂ ਲਗਭਗ ਕਿਸੇ ਨੂੰ ਕਿਸੇ ਵੀ ਸਮੇਂ ਕਿਸੇ ਵੀ ਮੁਕਾਬਲੇ ਵਿੱਚ ਹਰਾ ਦਿਆਂਗਾ। ਕਿਉਂ? ਇਸ ਲਈ ਨਹੀਂ ਕਿ ਮੈਂ ਸਭ ਤੋਂ ਉੱਤਮ ਜਾਂ ਚੁਸਤ ਜਾਂ ਸਭ ਤੋਂ ਤੇਜ਼ ਹਾਂ। ਮੈਂ ਉਹਨਾਂ ਸਕਾਰਾਤਮਕ ਆਦਤਾਂ ਦੇ ਕਾਰਨ ਜਿੱਤਾਂਗਾ ਜੋ ਮੈਂ ਵਿਕਸਿਤ ਕੀਤੀਆਂ ਹਨ ਅਤੇ ਇਕਸਾਰਤਾ ਦੇ ਕਾਰਨ ਜੋ ਮੈਂ ਉਹਨਾਂ ਆਦਤਾਂ ਨੂੰ ਲਾਗੂ ਕਰਨ ਵਿੱਚ ਵਰਤਦਾ ਹਾਂ। ਇਕਸਾਰਤਾ ਵਿੱਚ ਮੈਂ ਵਿਸ਼ਵ ਦਾ ਸਭ ਤੋਂ ਵੱਡਾ ਵਿਸ਼ਵਾਸੀ ਹਾਂ। ਮੈਂ ਜੀਵਤ ਸਬੂਤ ਹਾਂ ਕਿ ਇਹ ਸਫਲਤਾ ਦੀ ਉੱਤਮ ਕੁੰਜੀ ਹੈ। ਫਿਰ ਵੀ ਇਸ ਨੂੰ ਪ੍ਰਾਪਤ ਕਰਨਾ ਲੋਕਾਂ ਲਈ ਸਭ ਤੋਂ ਵੱਡੀ ਮੁਸ਼ਕਲ ਹੈ। ਬਹੁਤੇ ਲੋਕ ਨਹੀਂ ਜਾਣਦੇ ਕਿ ਇਸ ਨੂੰ ਕਿਵੇਂ ਕਾਇਮ ਰੱਖਣਾ ਹੈ। ਮੈਂ ਜਾਣਦਾ ਹਾਂ, ਇਸ ਲਈ ਮੈਂ ਆਪਣੇ ਪਿਤਾ ਜੀ ਦਾ ਧੰਨਵਾਦ ਕਰਦਾ ਹਾਂ। ਸੰਖੇਪ ਵਿੱਚ, ਉਹ ਸੰਯੁਕਤ ਪ੍ਰਭਾਵ ਦੀ ਸ਼ਕਤੀ ਨੂੰ ਪੈਦਾ ਕਰਨ ਵਾਲੇ ਮੇਰੇ ਪਹਿਲੇ ਕੋਚ ਸਨ। ਮੇਰੇ ਮਾਪਿਆਂ ਦਾ ਤਲਾਕ ਹੋ ਗਿਆ ਜਦੋਂ ਮੈਂ 18 ਮਹੀਨੇ ਦਾ ਸੀ ਅਤੇ ਮੇਰੇ ਪਿਤਾ ਨੇ ਮੈਨੂੰ ਇਕਲੌਤੇ ਪਿਤਾ ਵਜੋਂ ਪਾਲਿਆ। ਉਹ ਨਰਮ ਪਾਲਣ ਪੋਸ਼ਣ ਕਰਨ ਵਾਲੇ ਕਿਸਮ ਦੇ ਆਦਮੀ ਨਹੀਂ ਸਨ। ਉਹ ਇੱਕ ਸਾਬਕਾ ਯੂਨੀਵਰਸਿਟੀ ਫੁੱਟਬਾਲ ਕੋਚ ਸਨ ਅਤੇ ਉਹਨਾਂ ਨੇ ਮੇਰੇ ਕੋਲੋਂ ਪ੍ਰਾਪਤੀਆਂ ਲਈ ਸਖਤ ਮਿਹਨਤ ਕੀਤੀ। ਪਿਤਾ ਜੀ ਦਾ ਧੰਨਵਾਦ। ਜਾਗਣ ਦਾ ਸਮਾਂ ਰੋਜ਼ ਸਵੇਰੇ 6 ਵਜੇ ਸੀ। ਪਿਆਰ ਨਾਲ ਮੋਢੇ ਉੱਤੇ ਹੱਥ ਫੇਰ ਕੇ ਜਾਂ ਰੇਡੀਓ ਅਲਾਰਮ ਦੀ ਆਵਾਜ਼ ਦੁਆਰਾ ਨਹੀਂ। ਮੈਂ ਰੋਜ਼ ਸਵੇਰੇ ਮੇਰੇ ਬੈੱਡਰੂਮ ਦੇ ਅਗਲੇ ਕਮਰੇ ਵਿੱਚ ਸਥਿਤ ਸਾਡੇ ਗਰਾਜ ਦੇ ਕੰਕਰੀਟ ਫਰਸ਼ ਉੱਤੇ ਲੋਹੇ ਦੀ ਸੱਟ ਦੀ ਦੁਹਰਾਉਣ ਵਾਲੀ ਆਵਾਜ਼ ਦੁਆਰਾ ਜਗਾਇਆ ਜਾਂਦਾ। ਇਹ ਉਸਾਰੀ ਦੇ ਖੇਤਰ ਤੋਂ 12 ਫੁੱਟ ਦੀ ਦੂਰੀ ਤੇ ਜਾਗਣ ਵਰਗਾ ਸੀ। ਉਹਨਾਂ ਨੇ ਗਰਾਜ ਦੀ ਕੰਧ ਉੱਤੇ ਇੱਕ ਵੱਡਾ, ਬਿਨਾਂ ਮਿਹਨਤ ਕੋਈ ਲਾਭ ਨਹੀਂ ਨੂੰ ਪੇਂਟ ਕੀਤਾ ਸੀ, ਜਿਸ ਨੂੰ ਵੇਖਦੇ ਜਦੋਂ ਉਹ ਅਣਗਿਣਤ ਪੁਰਾਣੇ ਤਰੀਕਿਆਂ ਵਾਂਗ ਡੰਡ ਬੈਠਕਾਂ ਮਾਰਦੇ ਅਤੇ ਕਸਰਤ ਕਰਦੇ ਸਨ। ਮੀਂਹ, ਝੱਖੜ ਜਾਂ ਗਰਮੀ, ਪਿਤਾ ਜੀ ਉੱਥੇ ਆਪਣੀ ਨਿੱਕਰ ਅਤੇ ਫਟੀ ਹੋਈ ਕਮੀਜ਼ ਵਿੱਚ ਹੁੰਦੇ। ਉਹਨਾਂ ਨੇ ਕਦੇ ਇੱਕ ਦਿਨ ਵੀ ਨਹੀਂ ਛੱਡਿਆ। ਤੁਸੀਂ ਉਹਨਾਂ ਦੀ ਰੂਟੀਨ ਤੋਂ ਆਪਣੀ ਘੜੀ ਸੈੱਟ ਕਰ ਸਕਦੇ ਸੀ। ਮੇਰੇ ਕੋਲ ਨੌਕਰਾਨੀ ਅਤੇ ਮਾਲੀ ਦੋਵਾਂ ਦੇ ਕੰਮਾਂ ਨਾਲੋਂ ਵਧੇਰੇ ਕੰਮ ਸਨ। ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਹਮੇਸ਼ਾ ਮੇਰਾ ਸਵਾਗਤ ਕਰਨ ਲਈ ਨਿਰਦੇਸ਼ਾਂ ਦੀ ਸੂਚੀ ਹੁੰਦੀ ਸੀ। ਘਾਹ ਪੁੱਟੋ, ਪੱਤੇ ਛਾਂਟੋ, ਗਰਾਜ ਨੂੰ ਸਾਫ਼ ਕਰੋ, ਝਾੜੂ, ਵੈਕਿਊਮ, ਭਾਂਡੇ ਧੋਵੋ, ਤੁਸੀਂ ਇਨਾਮ ਲਓ। ਅਤੇ ਸਕੂਲ ਵਿੱਚ ਪਿੱਛੇ ਹੋਣਾ ਬਰਦਾਸ਼ਤ ਨਹੀਂ ਕੀਤਾ ਗਿਆ। ਬਸ ਇਹੀ ਤਰੀਕਾ ਸੀ। ਪਿਤਾ ਜੀ ਅਸਲ ਕੋਈ ਬਹਾਨਾ ਨਹੀਂ ਵਾਲੇ ਆਦਮੀ ਸਨ। ਸਾਨੂੰ ਕਦੇ ਵੀ ਸਕੂਲ ਤੋਂ ਬਿਮਾਰ ਰਹਿਣ ਦੀ ਹਾਲਤ ਵਿੱਚ ਵੀ ਛੁੱਟੀ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਜਦ ਤੱਕ ਕਿ ਅਸੀਂ ਅਸਲ ਵਿੱਚ ਉਲਟੀਆਂ, ਖੂਨ ਵਗਣਾ ਜਾਂ ਹੱਡੀਆਂ ਟੁੱਟਣਾ ਨਾ ਦਿਖਾਈਏ। ਸ਼ਬਦ ਹੱਡੀ ਟੁੱਟਣਾ ਉਹਨਾਂ ਦੀ ਸਿਖਲਾਈ ਦੇ ਦਿਨਾਂ ਤੋਂ ਆਇਆ ਸੀ। ਉਹਨਾਂ ਦੇ ਖਿਡਾਰੀ ਜਾਣਦੇ ਸਨ ਕਿ ਜਦੋਂ ਤੱਕ ਉਹ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੁੰਦੇ, ਉਹਨਾਂ ਨੂੰ ਖੇਡ ਤੋਂ ਛੁੱਟੀ ਦੀ ਆਗਿਆ ਨਹੀਂ ਸੀ। ਇੱਕ ਵਾਰ ਉਹਨਾਂ ਦੇ ਕੁਆਟਰਬੈਕ ਨੇ ਖੇਡ ਤੋਂ ਛੁੱਟੀ ਦੀ ਮੰਗ ਕੀਤੀ। ਪਿਤਾ ਜੀ ਨੇ ਕਿਹਾ, ਉਦੋਂ ਤੱਕ ਨਹੀਂ ਜਦੋਂ ਤੱਕ ਤੂੰ ਹੱਡੀ ਨਹੀਂ ਦਿਖਾਉਂਦਾ। ਕੁਆਟਰਬੈਕ ਨੇ ਆਪਣੇ ਮੋਢੇ ਦੇ ਪੈਡ ਖਿੱਚੇ ਅਤੇ ਨਿਸ਼ਚਿਤ ਤੌਰ ਤੇ ਉਸ ਦੀ ਮੋਢੇ ਦੀ ਹੱਡੀ ਦਿਖ ਰਹੀ ਸੀ। ਉਦੋਂ ਹੀ ਉਸ ਨੂੰ ਮੈਦਾਨ ਤੋਂ ਛੁੱਟੀ ਦੀ ਆਗਿਆ ਦਿੱਤੀ ਗਈ ਸੀ। ਪਿਤਾ ਜੀ ਦਾ ਇੱਕ ਮੁੱਖ ਫਲਸਫਾ ਇਹ ਸੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਹੁਸ਼ਿਆਰ ਹੋ ਜਾਂ ਨਹੀਂ ਹੋ। ਤੁਹਾਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਤੁਹਾਨੂੰ ਤਜਰਬਾ, ਹੁਨਰ, ਬੁੱਧੀ ਜਾਂ ਅੰਤਰਯੋਗਤਾ ਘੱਟ ਹੈ। ਜੇ ਤੁਹਾਡਾ ਵਿਰੋਧੀ ਚੁਸਤ, ਵਧੇਰੇ ਪ੍ਰਤਿਭਾਵਾਨ ਜਾਂ ਤਜਰਬੇਕਾਰ ਹੈ, ਤੁਹਾਨੂੰ ਸਿਰਫ 3 ਜਾਂ 4 ਗੁਣਾ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ। ਫਿਰ ਤੁਸੀਂ ਵੀ ਉਸ ਨੂੰ ਹਰਾ ਸਕਦੇ ਹੋ, ਭਾਵੇਂ ਕੋਈ ਚੁਣੌਤੀ ਕਿਉਂ ਨਾ ਹੋਵੇ। ਉਹਨਾਂ ਨੇ ਮੈਨੂੰ ਸਖਤ ਮਿਹਨਤ ਕਰਨ ਦੀ ਸਿਖਲਾਈ ਦਿੱਤੀ, ਜਿੱਥੇ ਵੀ ਮੈਂ ਪਿੱਛੇ ਹੋ ਰਿਹਾ ਹੋਵਾਂ। ਖੇਡ ਵਿੱਚ ਬਾਲ ਗੋਲ ਵਿੱਚ ਸੁੱਟਣ ਤੋਂ ਨਾਕਾਮਯਾਬ ਰਹੇ, ਰੋਜ਼ 1 ਮਹੀਨੇ ਤੱਕ ਬਾਲ ਗੋਲ ਵਿੱਚ ਸੁੱਟੋ। ਆਪਣੇ ਖੱਬੇ ਹੱਥ ਨਾਲ ਡ੍ਰਿਬਲਿੰਗ ਕਰਨ ਵਿੱਚ ਚੰਗੇ ਨਹੀਂ ਹੋ, ਆਪਣੇ ਸੱਜੇ ਹੱਥ ਨੂੰ ਆਪਣੀ ਪਿੱਠ ਪਿੱਛੇ ਬੰਨੋ ਅਤੇ ਦਿਨ ਵਿੱਚ 3 ਘੰਟੇ ਡ੍ਰਿਬਲ ਕਰੋ। ਗਣਿਤ ਵਿੱਚ ਪਿੱਛੇ ਹੋ, ਰੋਣਾ ਬੰਦ ਕਰੋ। ਇੱਕ ਟਿਊਟਰ ਲੱਭੋ ਅਤੇ ਸਾਰੇ ਗਰਮੀ ਝੋਟੇ ਦੀ ਤਰ੍ਹਾਂ ਕੰਮ ਕਰੋ ਜਦੋਂ ਤੱਕ ਤੁਸੀਂ ਇਸ ਨੂੰ ਪ੍ਰਾਪਤ ਨਹੀਂ ਕਰਦੇ। ਕੋਈ ਬਹਾਨਾ ਨਹੀਂ। ਜੇ ਤੁਸੀਂ ਕਿਸੇ ਚੀਜ਼ ਵਿੱਚ ਚੰਗੇ ਨਹੀਂ ਹੋ, ਮਿਹਨਤ ਕਰੋ, ਚੁਸਤੀ ਨਾਲ ਕੰਮ ਕਰੋ। ਉਹ ਵੀ ਆਪਣੀ ਗੱਲ ਉੱਤੇ ਅਮਲ ਕਰਦੇ। ਡੈਡੀ ਫੁੱਟਬਾਲ ਕੋਚ ਬਣਨ ਤੋਂ ਲੈ ਕੇ ਇੱਕ ਚੋਟੀ ਦੇ ਵਿਕਰੇਤਾ ਬਣੇ। ਉੱਥੋਂ ਉਹ ਬੌਸ ਬਣ ਗਏ ਅਤੇ ਆਖਰਕਾਰ ਉਹ ਆਪਣੀ ਕੰਪਨੀ ਦਾ ਮਾਲਕ ਬਣ ਗਏ। ਪਰ ਮੈਨੂੰ ਬਹੁਤ ਸਾਰੀਆਂ ਹਦਾਇਤਾਂ ਨਹੀਂ ਦਿੱਤੀਆਂ ਗਈਆਂ ਸਨ। ਸ਼ੁਰੂ ਤੋਂ ਪਿਤਾ ਜੀ ਨੇ ਸਾਨੂੰ ਇਹ ਪਤਾ ਲਗਾਉਣ ਦਿੱਤਾ। ਉਹ ਸਭ ਨਿੱਜੀ ਜ਼ਿੰਮੇਵਾਰੀ ਲੈਣ ਬਾਰੇ ਦੱਸਦੇ। ਉਹ ਹਰ ਰਾਤ ਸਾਡੇ ਨਾਲ ਘਰੇਲੂ ਕੰਮ ਬਾਰੇ ਚੀਕਾਂ ਨਹੀਂ ਮਾਰਦੇ। ਸਾਨੂੰ ਬਸ ਨਤੀਜਿਆਂ ਦੇ ਨਾਲ ਪ੍ਰਦਰਸ਼ਨ ਕਰਨਾ ਹੁੰਦਾ ਸੀ ਅਤੇ ਜਦੋਂ ਤੁਸੀਂ ਕਰਦੇ, ਤੁਸੀਂ ਜਸ਼ਨ ਮਨਾਉਂਦੇ। ਜੇ ਅਸੀਂ ਚੰਗੇ ਨੰਬਰ ਪ੍ਰਾਪਤ ਕਰਦੇ ਹਨ, ਪਿਤਾ ਜੀ ਸਾਨੂੰ ਪ੍ਰਿੰਗਸ ਲੈ ਕੇ ਜਾਂਦੇ, ਇੱਕ ਆਈਸਕ੍ਰੀਮ ਪਾਰਲਰ ਜਿੱਥੇ ਤੁਸੀਂ ਪਾ ਸਕਦੇ ਹੋ ਇਹ ਸ਼ਾਹੀ ਆਈਸਕ੍ਰੀਮ ਦੀਆਂ 6 ਤਹਿਾਂ ਅਤੇ ਬਹੁਤ ਸਾਰੀ ਫਿਕਸਿੰਗ। ਬਹੁਤ ਵਾਰ ਮੇਰੇ ਭੈਣ ਭਰਾ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਉਹਨਾਂ ਨੂੰ ਨਾਲ ਨਹੀਂ ਲਿਜਾਇਆ ਜਾਂਦਾ। ਜਾਣਾ ਇੱਕ ਬਹੁਤ ਵੱਡਾ ਤੋਹਫਾ ਸੀ, ਇਸ ਲਈ ਤੁਸੀਂ ਯਾਤਰਾ ਜਿੱਤਣ ਲਈ ਆਪਣੇ ਗਿੱਟਿਆਂ ਤੱਕ ਜ਼ੋਰ ਲਗਾਉਂਦੇ। ਪਿਤਾ ਜੀ ਦੇ ਅਨੁਸ਼ਾਸਨ ਨੇ ਮੇਰੇ ਲਈ ਇੱਕ ਮਿਸਾਲ ਵਜੋਂ ਕੰਮ ਕੀਤਾ। ਪਿਤਾ ਜੀ ਮੇਰੇ ਆਦਰਸ਼ ਸਨ ਅਤੇ ਮੈਂ ਚਾਹੁੰਦਾ ਸੀ ਕਿ ਉਹ ਮੇਰੇ ਉੱਤੇ ਮਾਣ ਕਰਨ। ਮੈਂ ਵੀ ਉਹਨਾਂ ਨੂੰ ਨਿਰਾਸ਼ ਕਰਨ ਦੇ ਡਰੋਂ ਜਿਉਂਦਾ ਰਿਹਾ। ਉਹਨਾਂ ਦਾ ਇੱਕ ਫਲਸਫਾ ਹੈ, ਉਹ ਆਦਮੀ ਬਣੋ ਜੋ ਕਹਿੰਦਾ ਹੈ ਨਹੀਂ। ਭੀੜ ਦੇ ਨਾਲ ਜਾਣਾ ਕੋਈ ਵੱਡੀ ਪ੍ਰਾਪਤੀ ਨਹੀਂ। ਇੱਕ ਅਸਾਧਾਰਨ ਵਿਅਕਤੀ, ਅਨੋਖੇ ਵਿਅਕਤੀ ਬਣੋ। ਇਹੀ ਕਾਰਨ ਹੈ ਕਿ ਮੈਂ ਕਦੇ ਵੀ ਨਸ਼ਾ ਨਹੀਂ ਕੀਤਾ। ਉਹਨਾਂ ਨੇ ਇਸ ਬਾਰੇ ਕਦੇ ਵੀ ਮਾੜਾ ਨਹੀਂ ਕਿਹਾ।
ਪਰ ਮੈਂ ਉਹ ਮੁੰਡਾ ਨਹੀਂ ਬਣਨਾ ਚਾਹੁੰਦਾ ਸੀ ਜੋ ਸਿਰਫ ਇਸ ਲਈ ਉਹ ਕੰਮ ਕਰੇ ਕਿਉਂਕਿ ਹਰ ਕੋਈ ਇਸ ਨੂੰ ਕਰ ਰਿਹਾ ਸੀ। ਮੈਂ ਆਪਣੇ ਪਿਤਾ ਜੀ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਸੀ। ਪਿਤਾ ਜੀ ਦਾ ਧੰਨਵਾਦ। 12 ਸਾਲ ਦੀ ਉਮਰ ਤੱਕ ਮੈਂ ਇੱਕ ਕਾਰਜਕ੍ਰਮ ਨੂੰ ਬਹੁਤ ਕੁਸ਼ਲ CEO ਦੇ ਬਰਾਬਰ ਸਿੱਖ ਗਿਆ। ਕਈ ਵਾਰ ਮੈਂ ਫੜਿਆ ਤੇ ਰੁਲਾਇਆ ਗਿਆ ਕਿਉਂ ਜੋ ਮੈਂ ਬੱਚਾ ਸੀ, ਪਰ ਫਿਰ ਵੀ ਮੈਂ ਇਹ ਜਾਣ ਕੇ ਚੁੱਪਚਾਪ ਖੁਸ਼ ਹੁੰਦਾ ਸੀ ਕਿ ਮੈਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਅੱਗੇ ਸੀ। ਡੈਡੀ ਨੇ ਮੈਨੂੰ ਅਨੁਸ਼ਾਸਨ ਅਤੇ ਮਾਨਸਿਕਤਾ ਪ੍ਰਤੀ ਗੰਭੀਰਤਾ ਨਾਲ ਸ਼ੁਰੂਆਤ ਕਰਵਾਈ, ਜੋ ਇਹ ਸਮਰਪਿਤ ਅਤੇ ਜ਼ਿੰਮੇਵਾਰ ਹੋਣ ਲਈ ਚਾਹੀਦਾ ਹੈ। ਜੋ ਵੀ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਉਸ ਨੂੰ ਪ੍ਰਾਪਤ ਕਰਨ ਲਈ। ਇਹ ਕੋਈ ਦੁਰਘਟਨਾ ਨਹੀਂ ਹੈ ਕਿ ਸਫਲਤਾ ਰਸਾਲੇ ਦੀ ਟੈਗਲਾਈਨ ਹੈ ਜੋ ਪ੍ਰਾਪਤ ਕਰਨ ਵਾਲੇ ਪੜ੍ਹਦੇ ਹਨ। ਅੱਜ ਪਿਤਾ ਜੀ ਅਤੇ ਮੈਂ ਇਸ ਬਾਰੇ ਹੱਸਦੇ ਹਾਂ ਕਿ ਉਹਨਾਂ ਨੇ ਮੈਨੂੰ ਸਨਕੀ ਬੇਮਿਸਾਲ ਪ੍ਰਾਪਤੀਆਂ ਕਰਨ ਵਾਲਾ ਆਦਮੀ ਬਣਾ ਦਿੱਤਾ ਹੈ। 18 ਸਾਲ ਦੀ ਉਮਰ ਵਿੱਚ ਮੈਂ ਆਪਣੇ ਕਾਰੋਬਾਰ ਵਿੱਚ 6 ਅੰਕੜਿਆਂ ਦੀ ਆਮਦਨੀ ਕਰ ਰਿਹਾ ਸੀ। 20 ਸਾਲ ਦੀ ਉਮਰ ਵਿੱਚ ਮੇਰੇ ਕੋਲ ਇੱਕ ਵਧੀਆ ਇਲਾਕੇ ਵਿੱਚ ਆਪਣਾ ਘਰ ਸੀ। 24 ਸਾਲ ਦੀ ਉਮਰ ਵਿੱਚ ਮੇਰੀ ਆਮਦਨੀ ਇੱਕ ਸਾਲ ਵਿੱਚ $1 ਮਿਲੀਅਨ ਤੋਂ ਵੱਧ ਹੋ ਗਈ ਸੀ ਅਤੇ 27 ਸਾਲ ਦੀ ਉਮਰ ਵਿੱਚ ਮੈਂ ਅਧਿਕਾਰਿਤ ਤੌਰ ਤੇ ਇੱਕ ਕਾਰੋਬਾਰ ਨਾਲ ਸਵੈ ਬਣਿਆ ਕਰੋੜਪਤੀ ਸੀ ਜਿਸ ਨੇ $50 ਮਿਲੀਅਨ ਤੋਂ ਵੱਧ ਕਮਾ ਲਏ ਸਨ। ਇਹ ਸਾਨੂੰ ਅੱਜ ਦੇ ਸਮੇਂ ਤੱਕ ਲਿਆਉਂਦਾ ਹੈ ਕਿਉਂਕਿ ਮੈਂ ਹਜੇ 40 ਸਾਲ ਦਾ ਨਹੀਂ ਹਾਂ, ਪਰ ਮੇਰੇ ਕੋਲ ਇੰਨਾ ਪੈਸਾ ਅਤੇ ਸੰਪਤੀ ਹੈ ਜੋ ਮੇਰੇ ਪਰਿਵਾਰ ਨੂੰ ਬਾਕੀ ਦੀ ਜ਼ਿੰਦਗੀ ਬਤੀਤ ਕਰਨ ਲਈ ਕਾਫੀ ਹੈ। ਪਿਤਾ ਜੀ ਕਹਿੰਦੇ ਹਨ, ਬੱਚੇ ਨੂੰ ਵਿਗਾੜਨ ਦੇ ਬਹੁਤ ਸਾਰੇ ਤਰੀਕੇ ਹਨ। ਘੱਟੋ ਘੱਟ ਮੇਰਾ ਤਰੀਕਾ ਕਾਫੀ ਚੰਗਾ ਸੀ। ਲੱਗਦਾ ਹੈ ਤੂੰ ਵਧੀਆ ਕੰਮ ਕੀਤਾ ਹੈ। ਇਸ ਲਈ ਮੈਂ ਸਵੀਕਾਰ ਕਰਦਾ ਹਾਂ ਕਿ ਮੈਨੂੰ ਆਪਣੇ ਹੱਥਾਂ ਤੇ ਬੈਠਣਾ ਹੁੰਦਾ ਸੀ ਅਤੇ ਹਰੇਕ ਪਲ ਵਿੱਚ ਮੌਜੂਦ ਹੋਣਾ ਹੁੰਦਾ ਸੀ, ਜਾਂ ਸਮੁੰਦਰੀ ਤੱਟ ਦੀ ਕੁਰਸੀ ਤੇ ਸ਼ਾਂਤਮਈ ਢੰਗ ਨਾਲ ਆਰਾਮ ਫਰਮਾਉਣਾ ਹੁੰਦਾ ਸੀ। ਕਾਰੋਬਾਰੀ ਕਿਤਾਬਾਂ ਜਾਂ ਸਵੈ ਸੁਧਾਰ ਦੀਆਂ ਸੀੜੀਆਂ ਲਏ ਬਿਨਾਂ ਮੈਂ ਸਫਲਤਾਪੂਰਵਕ ਹੁਨਰ ਲਈ ਧੰਨਵਾਦੀ ਹਾਂ ਜੋ ਮੈਂ ਆਪਣੇ ਪਿਤਾ ਜੀ ਤੋਂ ਸਿੱਖਿਆ ਹੈ ਅਤੇ ਮੇਰੇ ਹੋਰ ਸਲਾਹਕਾਰਾਂ ਦੁਆਰਾ। ਸੰਯੁਕਤ ਪ੍ਰਭਾਵ ਮੇਰੀ ਸਫਲਤਾ ਦੇ ਪਿੱਛੇ ਰਾਜ਼ ਪ੍ਰਗਟ ਕਰਦਾ ਹੈ। ਮੈਂ ਸੰਯੁਕਤ ਪ੍ਰਭਾਵ ਦਾ ਇੱਕ ਸੱਚਾ ਵਿਸ਼ਵਾਸੀ ਹਾਂ ਕਿਉਂਕਿ ਪਿਤਾ ਜੀ ਨੇ ਇਹ ਨਿਸ਼ਚਿਤ ਕਰ ਦਿੱਤਾ ਸੀ ਕਿ ਮੈਂ ਹਰ ਰੋਜ਼ ਇਸ ਨਾਲ ਆਪਣਾ ਜੀਵਨ ਬਤੀਤ ਕਰਾਂ ਜਦ ਤੱਕ ਮੈਂ ਕਿਸੇ ਹੋਰ ਤਰੀਕੇ ਨਾਲ ਜੀਵਨ ਜੀਉਣ ਦੀ ਕੋਸ਼ਿਸ਼ ਨਾ ਕਰਾਂ। ਪਰ ਜੇ ਤੁਸੀਂ ਬਹੁਤੇ ਲੋਕਾਂ ਵਾਂਗ ਹੋ, ਤੁਸੀਂ ਚੰਗੇ ਵਿਸ਼ਵਾਸੀ ਨਹੀਂ ਹੋ। ਇੱਥੇ ਬਹੁਤ ਸਾਰੇ ਬਿਲਕੁਲ ਸਮਝਣਯੋਗ ਕਾਰਨ ਹਨ। ਤੁਹਾਡੇ ਕੋਲ ਉਹ ਕੋਚਿੰਗ ਜਾਂ ਉਦਾਹਰਣ ਨਹੀਂ ਹੈ ਜੋ ਤੁਹਾਨੂੰ ਦਿਖਾਉਂਦੀ ਹੈ ਕਿ ਕੀ ਕਰਨਾ ਹੈ। ਤੁਸੀਂ ਸੰਯੁਕਤ ਪ੍ਰਭਾਵ ਦੇ ਅਨੁਭਵ ਵੱਲ ਧਿਆਨ ਨਹੀਂ ਦਿੱਤਾ। ਸਮਾਜ ਦੇ ਰੂਪ ਵਿੱਚ ਸਾਨੂੰ ਧੋਖੇ ਵਿੱਚ ਰੱਖਿਆ ਗਿਆ ਹੈ। ਸਾਨੂੰ ਵਪਾਰਕ ਮਾਰਕੀਟਿੰਗ ਦੁਆਰਾ ਸਮੋਹਿਤ ਕੀਤਾ ਗਿਆ ਹੈ ਜੋ ਤੁਹਾਨੂੰ ਉਹਨਾਂ ਮੁਸ਼ਕਲਾਂ ਦੇ ਹੋਣ ਬਾਰੇ ਵਿਸ਼ਵਾਸ ਦਿਵਾਉਂਦਾ ਹੈ ਜੋ ਕਿ ਹੁੰਦੀਆਂ ਨਹੀਂ ਅਤੇ ਉਹਨਾਂ ਦੇ ਤੁਰੰਤ ਇਲਾਜ ਕਰਨ ਵਾਲੇ ਵਿਚਾਰ ਵੇਚੇ ਜਾਂਦੇ ਹਨ। ਫਿਲਮਾਂ ਅਤੇ ਨਾਵਲਾਂ ਵਿੱਚ ਪਰੀਆਂ ਦੀਆਂ ਕਹਾਣੀਆਂ ਦੇ ਅੰਤ ਵਿੱਚ ਵਿਸ਼ਵਾਸ ਕਰਨ ਲਈ ਸਾਡਾ ਸਮਾਜੀਕਰਨ ਕੀਤਾ ਗਿਆ ਹੈ। ਅਸੀਂ ਪੁਰਾਣੇ ਸਮਿਆਂ ਵਾਂਗ ਸਖਤ ਅਤੇ ਨਿਰੰਤਰ ਮਿਹਨਤ ਦੇ ਮੁੱਲ ਨੂੰ ਗਵਾ ਦਿੱਤਾ ਹੈ। ਆਓ ਆਪਾਂ ਇਹਨਾਂ ਰੁਕਾਵਟਾਂ ਦੀ ਇੱਕ ਕਰਕੇ ਜਾਂਚ ਕਰੀਏ। ਤੁਸੀਂ ਸੰਯੁਕਤ ਪ੍ਰਭਾਵ ਦੇ ਅਨੁਭਵ ਵੱਲ ਧਿਆਨ ਨਹੀਂ ਦਿੱਤਾ। ਸੰਯੁਕਤ ਪ੍ਰਭਾਵ ਛੋਟੀਆਂ ਸਿਆਣੀਆਂ ਚੋਣਾਂ ਦੀ ਲੜੀ ਵਿੱਚੋਂ ਵਿਸ਼ਾਲ ਇਨਾਮ ਜਿੱਤਣ ਦਾ ਇੱਕ ਸਿਧਾਂਤ ਹੈ। ਮੇਰੇ ਲਈ ਇਸ ਪ੍ਰਕਿਰਿਆ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਭਾਵੇਂ ਨਤੀਜੇ ਬਹੁਤ ਵੱਡੇ ਹਨ ਪਰ ਕਦਮ ਇੱਕ ਪਲ ਵਿੱਚ ਮਹੱਤਵਪੂਰਨ ਮਹਿਸੂਸ ਨਹੀਂ ਹੁੰਦੇ। ਭਾਵੇਂ ਤੁਸੀਂ ਇਸ ਰਣਨੀਤੀ ਦੀ ਵਰਤੋਂ ਆਪਣੀ ਸਿਹਤ, ਸਬੰਧਾਂ, ਵਿੱਤ ਜਾਂ ਕਿਸੇ ਵੀ ਮਾਮਲੇ ਵਿੱਚ ਹੋਰ ਸੁਧਾਰ ਕਰਨ ਲਈ ਕਰ ਰਹੇ ਹੋ, ਤਬਦੀਲੀਆਂ ਇੰਨੀਆਂ ਸੂਖਮ ਹੁੰਦੀਆਂ ਹਨ ਉਹ ਲਗਭਗ ਦਿਖਾਈ ਨਹੀਂ ਦਿੰਦੀਆਂ। ਇਹ ਛੋਟੀਆਂ ਤਬਦੀਲੀਆਂ ਤੁਰੰਤ ਬਹੁਤ ਘੱਟ ਨਤੀਜਾ ਦਿੰਦੀਆਂ ਹਨ ਜਾਂ ਕੋਈ ਨਤੀਜਾ ਨਹੀਂ ਦਿੰਦੀਆਂ। ਕੋਈ ਵੱਡੀ ਜਿੱਤ ਨਹੀਂ, ਕੋਈ ਸਪਸ਼ਟ ਮੈਂ ਤੈਨੂੰ ਕਿਹਾ ਸੀ ਨਾ ਵੀ ਨਹੀਂ ਹੁੰਦਾ, ਤਾਂ ਫਿਰ ਪਰੇਸ਼ਾਨ ਕਿਉਂ ਹੋਣਾ। ਬਹੁਤੇ ਲੋਕ ਸੰਯੁਕਤ ਪ੍ਰਭਾਵ ਦੀ ਸਾਦਗੀ ਨਾਲ ਧੋਖਾ ਖਾ ਜਾਂਦੇ ਹਨ। ਉਦਾਹਰਨ ਦੇ ਲਈ ਉਹ 8ਵੇਂ ਦਿਨ ਤੋਂ ਬਾਅਦ ਦੌੜਨਾ ਛੱਡ ਦਿੰਦੇ ਹਨ ਕਿਉਂਕਿ ਉਹ ਅਜੇ ਵੀ ਮੋਟੇ ਹਨ, ਜਾਂ ਉਹ 6 ਮਹੀਨਿਆਂ ਬਾਅਦ ਪਿਆਨੋ ਦਾ ਅਭਿਆਸ ਕਰਨਾ ਬੰਦ ਕਰ ਦਿੰਦੇ ਹਨ ਕਿਉਂਕਿ ਉਹਨਾਂ ਨੇ ਚੌਪਸਟਿਕਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸਿੱਖਿਆ, ਜਾਂ ਉਹ ਕੁਝ ਸਾਲਾਂ ਬਾਅਦ ਆਪਣੇ IRA ਲਈ ਯੋਗਦਾਨ ਦੇਣਾ ਬੰਦ ਕਰ ਦਿੰਦੇ ਹਨ ਕਿਉਂਕਿ ਉਹ ਕੈਸ਼ ਦੀ ਵਰਤੋਂ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਨਹੀਂ ਜਾਪਦਾ ਕਿ ਉਹ ਬਹੁਤ ਜ਼ਿਆਦਾ ਜੋੜਿਆ ਜਾ ਰਿਹਾ ਹੈ। ਜੋ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਉਹ ਇਹ ਹੈ ਕਿ ਇਹ ਛੋਟੇ ਮਾਮੂਲੀ ਪ੍ਰਤੀਤ ਹੁੰਦੇ ਕਦਮ ਸਮੇਂ ਦੇ ਨਾਲ ਲਗਾਤਾਰ ਪੂਰੇ ਹੋਣ ਨਾਲ ਇੱਕ ਵੱਡਾ ਫਰਕ ਪੈਦਾ ਕਰ ਦਿੰਦੇ ਹਨ। ਮੈਂ ਤੁਹਾਨੂੰ ਕੁਝ ਵਿਸਥਾਰ ਵਿੱਚ ਉਦਾਹਰਨ ਦਿੰਦਾ ਹਾਂ। ਛੋਟੀਆਂ ਸਿਆਣੀਆਂ ਚੋਣਾਂ ਜਮਾ ਇਕਸਾਰਤਾ ਜਮਾ ਸਮਾਂ ਬਰਾਬਰ ਵੱਡਾ ਫਰਕ। ਜਾਦੂ ਦਾ ਪੈਸਾ। ਜੇ ਤੁਹਾਨੂੰ ਇੱਕੋ ਵੇਲੇ $3 ਮਿਲੀਅਨ ਨਕਦ ਜਾਂ ਇੱਕ ਪੈਨੀ ਜੋ 31 ਦਿਨਾਂ ਤੱਕ ਹਰ ਰੋਜ਼ ਦੁੱਗਣੀ ਹੋ ਰਹੀ ਹੋਵੇ ਵਿੱਚੋਂ ਇੱਕ ਚੁਣਨ ਲਈ ਕਿਹਾ ਜਾਵੇ ਤਾਂ ਤੁਸੀਂ ਕੀ ਚੁਣੋਗੇ? ਜੇ ਤੁਸੀਂ ਪਹਿਲਾਂ ਇਹ ਸੁਣਿਆ ਹੈ ਤਾਂ ਤੁਸੀਂ ਜਾਣਦੇ ਹੋ ਕਿ ਪੈਸੇ ਦਾ ਜਾਦੂ ਉਹ ਚੋਣ ਹੈ ਜੋ ਤੁਹਾਨੂੰ ਕਰਨੀ ਚਾਹੀਦੀ ਹੈ। ਤੁਹਾਨੂੰ ਪਤਾ ਹੈ ਕਿ ਇਹ ਉਹ ਰਸਤਾ ਹੈ ਜਿਸ ਨਾਲ ਵਧੇਰੇ ਦੌਲਤ ਪੈਦਾ ਹੁੰਦੀ ਹੈ। ਫਿਰ ਵੀ ਇਹ ਮੰਨਣਾ ਇੰਨਾ ਮੁਸ਼ਕਿਲ ਕਿਉਂ ਹੈ ਕਿ ਸਿੱਕੇ ਦੀ ਚੋਣ ਕਰਨ ਨਾਲ ਅੰਤ ਵਿੱਚ ਵਧੇਰੇ ਪੈਸਾ ਆਵੇਗਾ? ਕਿਉਂਕਿ ਨਤੀਜਾ ਆਉਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। ਆਓ ਨਜ਼ਰ ਮਾਰੀਏ। ਮੰਨ ਲਓ ਤੁਸੀਂ ਨਗਦ ਸਖਤ ਕੈਸ਼ ਲੈਂਦੇ ਹੋ ਅਤੇ ਤੁਹਾਡਾ ਦੋਸਤ ਪੈਨੀ ਦੇ ਰਸਤੇ ਤੇ ਪੈਂਦਾ ਹੈ। 5ਵੇਂ ਦਿਨ ਤੁਹਾਡੇ ਦੋਸਤ ਦੇ ਕੋਲ 16 ਸੈਂਟ ਹਨ। ਤੁਹਾਡੇ ਕੋਲ ਹਾਲਾਂਕਿ $3 ਮਿਲੀਅਨ।
10ਵੇਂ ਦਿਨ ਇਹ ਤੁਹਾਡੀ ਵੱਡੀ ਰਕਮ ਦੇ ਮੁਕਾਬਲੇ $5.12 ਹਨ। ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਦੋਸਤ ਆਪਣੇ ਫੈਸਲੇ ਬਾਰੇ ਕੀ ਮਹਿਸੂਸ ਕਰ ਰਿਹਾ ਹੈ? ਤੁਸੀਂ ਆਪਣੇ ਲੱਖਾਂ ਖਰਚ ਕਰ ਰਹੇ ਹੋ, ਇਸ ਦਾ ਪੂਰਾ ਆਨੰਦ ਲੈ ਰਹੇ ਹੋ ਅਤੇ ਆਪਣੀ ਪਸੰਦ ਉੱਤੇ ਮਾਣ ਕਰ ਰਹੇ ਹੋ। 20 ਪੂਰੇ ਦਿਨ ਬਾਅਦ ਸਿਰਫ 11 ਦਿਨ ਬਾਕੀ ਹਨ। ਪੈਨੀ ਰਾਹ ਵਿੱਚ ਸਿਰਫ $5,243 ਹਨ। ਇਸ ਬਿੰਦੂ ਤੇ ਉਹ ਆਪਣੇ ਬਾਰੇ ਕੀ ਮਹਿਸੂਸ ਕਰ ਰਿਹਾ ਹੈ? ਆਪਣੀ ਸਾਰੀ ਕੁਰਬਾਨੀ ਅਤੇ ਸਕਾਰਾਤਮਕ ਵਿਹਾਰ ਲਈ ਉਸ ਕੋਲ ਸਿਰਫ $5,000 ਹਨ। ਤੁਹਾਡੇ ਕੋਲ ਹਾਲਾਂਕਿ $3 ਮਿਲੀਅਨ। ਫਿਰ ਸੰਯੁਕਤ ਪ੍ਰਭਾਵ ਦਾ ਅਦਿੱਖ ਜਾਦੂ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ। ਹਰ ਰੋਜ਼ ਉਹੀ ਛੋਟੇ ਜਿਹੇ ਗਣਿਤ ਦੇ ਵਾਧੇ ਵਿੱਚ ਸੁਧਾਰ ਕਾਰਨ 30ਵੇਂ ਦਿਨ ਉਹ ਸੰਯੁਕਤ ਪੈਨੀ $1,37,448.24 ਬਣ ਜਾਂਦਾ ਹੈ, ਜੋ ਤੁਹਾਡੇ 3 ਮਿਲੀਅਨ ਤੋਂ 3 ਗੁਣਾ ਵੱਧ ਹੈ। ਇਸ ਉਦਾਹਰਣ ਵਿੱਚ ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਇਕਸਾਰਤਾ ਇੰਨੀ ਮਹੱਤਵਪੂਰਨ ਕਿਉਂ ਹੈ। 29ਵੇਂ ਦਿਨ ਤੁਹਾਡੇ ਕੋਲ $3 ਮਿਲੀਅਨ ਹੁੰਦੇ ਹਨ। ਪੈਨੀ ਰਸਤੇ ਕੋਲ ਸਿਰਫ $2.7 ਮਿਲੀਅਨ। ਇਹ 31 ਦਿਨ ਦੀ ਦੌੜ ਦੇ 30ਵੇਂ ਦਿਨ ਤੱਕ ਨਹੀਂ ਹੈ ਜਦੋਂ ਉਸ ਕੋਲ 5.3 ਮਿਲੀਅਨ ਦੇ ਨਾਲ ਅੱਗੇ ਚੱਲਦਾ ਹੈ, ਅਤੇ ਇਹ ਇਸ ਮਹੀਨੇ ਦੇ ਆਖਰੀ ਦਿਨ ਤੱਕ ਨਹੀਂ ਹੈ ਜਦੋਂ ਤੁਹਾਡੇ ਦੋਸਤ ਨੇ ਉੱਚ ਮੈਰਾਥਨ ਵਿੱਚ ਤੁਹਾਨੂੰ ਕੱਢ ਬਾਹਰ ਦਿੱਤਾ ਹੈ। ਉਸ ਕੋਲ ਤੁਹਾਡੇ 3 ਮਿਲੀਅਨ ਦੇ ਮੁਕਾਬਲੇ $1,07,37,448.24 ਹਨ। ਬਹੁਤ ਘੱਟ ਚੀਜ਼ਾਂ ਇੰਨੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਜਿਵੇਂ ਕਿ ਸੰਯੁਕਤ ਪੈਸਿਆਂ ਦਾ ਜਾਦੂ। ਹੈਰਾਨੀ ਦੀ ਗੱਲ ਹੈ ਕਿ ਇਹ ਤਾਕਤ ਤੁਹਾਡੇ ਜੀਵਨ ਦੇ ਹਰ ਖੇਤਰ ਵਿੱਚ ਬਰਾਬਰ ਸ਼ਕਤੀਸ਼ਾਲੀ ਹੈ। ਇੱਕ ਹੋਰ ਉਦਾਹਰਣ, 3 ਦੋਸਤ। ਚਲੋ 3 ਦੋਸਤਾਂ ਵੱਲ ਦੇਖੀਏ ਜਿਹੜੇ ਸਾਰੇ ਇਕੱਠੇ ਵੱਡੇ ਹੋਏ। ਉਹ ਇੱਕੋ ਹੀ ਗੁਆਂਢ ਵਿੱਚ ਰਹਿੰਦੇ ਹਨ, ਬਹੁਤ ਹੀ ਸਮਾਨ ਇੱਛਾਵਾਂ ਦੇ ਨਾਲ। ਹਰੇਕ ਇੱਕ ਸਾਲ ਵਿੱਚ ਲਗਭਗ $50,000 ਬਣਾਉਂਦਾ ਹੈ। ਉਹ ਸਾਰੇ ਸ਼ਾਦੀशुदा ਹਨ ਅਤੇ ਸਿਹਤ ਅਤੇ ਸਰੀਰ ਵਿੱਚ ਔਸਤਨ ਹਨ। ਇਸ ਸਭ ਦੇ ਨਾਲ ਥੋੜਾ ਬਹੁਤ ਵਿਆਹ ਦਾ ਝੰਜਟ ਵੀ ਹੈ। ਮਿੱਤਰ ਨੰਬਰ 1, ਆਓ ਉਸ ਨੂੰ ਲੈਰੀ ਕਹੀਏ। ਜਿਵੇਂ ਹਮੇਸ਼ਾ ਕਰਦਾ ਰਿਹਾ ਹੈ ਉਸੇ ਤਰ੍ਹਾਂ ਹੀ ਜਾਰੀ ਰੱਖਦਾ ਹੈ। ਉਹ ਖੁਸ਼ ਹੈ ਜਾਂ ਇਹੀ ਜੋ ਉਹ ਸੋਚਦਾ ਹੈ, ਪਰ ਕਦੇ-ਕਦੇ ਸ਼ਿਕਾਇਤ ਕਰਦਾ ਹੈ ਕਿ ਕੁਝ ਵੀ ਕਦੇ ਨਹੀਂ ਬਦਲਦਾ। ਮਿੱਤਰ ਨੰਬਰ 2, ਸਕਾਟ, ਕੁਝ ਛੋਟੀਆਂ ਪ੍ਰਤੀਤ ਹੋਣ ਵਾਲੀਆਂ ਅਸਪਸ਼ਟ ਸਕਾਰਾਤਮਕ ਤਬਦੀਲੀਆਂ ਕਰਨੀਆਂ ਸ਼ੁਰੂ ਕਰਦਾ ਹੈ। ਉਹ ਪ੍ਰਤੀ ਦਿਨ ਇੱਕ ਚੰਗੀ ਕਿਤਾਬ ਦੇ 10 ਪੰਨੇ ਪੜ੍ਹਨਾ ਅਤੇ ਕੰਮ ਤੇ ਆਉਣ ਜਾਣ ਵੇਲੇ 30 ਮਿੰਟ ਦੀ ਕੋਈ ਹਦਾਇਤ ਜਾਂ ਪ੍ਰੇਰਨਾਦਾਇਕ ਆਡੀਓ ਸੁਣਨਾ ਆਰੰਭ ਕਰਦਾ ਹੈ। ਸਕਾਟ ਆਪਣੀ ਜ਼ਿੰਦਗੀ ਵਿੱਚ ਤਬਦੀਲੀਆਂ ਵੇਖਣਾ ਚਾਹੁੰਦਾ ਹੈ, ਪਰ ਇਸ ਬਾਰੇ ਕੋਈ ਅੱਗ ਨਹੀਂ ਹੈ। ਉਸਨੇ ਹਾਲ ਹੀ ਵਿੱਚ ਸਫਲਤਾ ਮੈਗਜ਼ੀਨ ਦੇ ਡਾਕਟਰ ਮੇਗੇਟ ਓਜ਼ ਦਾ ਇੰਟਰਵਿਊ ਪੜ੍ਹਿਆ ਅਤੇ ਲੇਖ ਵਿੱਚੋਂ ਇੱਕ ਵਿਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਚੁਣਿਆ। ਉਹ ਹਰ ਰੋਜ਼ ਆਪਣੀ ਖੁਰਾਕ ਵਿੱਚੋਂ 125 ਕੈਲੋਰੀ ਘਟਾਉਣ ਜਾ ਰਿਹਾ ਹੈ। ਕੋਈ ਵੱਡੀ ਗੱਲ ਨਹੀਂ, ਅਸੀਂ ਗੱਲ ਕਰ ਰਹੇ ਹਾਂ ਸ਼ਾਇਦ ਸੀਰੀਅਲ ਦਾ ਇੱਕ ਪਿਆਲਾ ਘੱਟ, ਸੋਲਜਰ ਦੀ ਬੋਤਲ ਲਈ ਸੋਡਾ ਦਾ ਵਟਾਂਦਰਾ, ਮੇਓ ਤੋਂ ਸਰੋਂ ਨੂੰ ਆਪਣੇ ਸੈਂਡਵਿਚ ਵਿੱਚ ਬਦਲਣਾ, ਸਭ ਕੁਝ ਯੋਗ। ਉਸ ਨੇ ਦਿਨ ਵਿੱਚ ਕੁਝ ਹਜ਼ਾਰ ਵਾਧੂ ਕਦਮ ਤੁਰਨਾ ਸ਼ੁਰੂ ਕਰ ਦਿੱਤਾ ਹੈ, 1 ਮੀਲ ਤੋਂ ਵੀ ਘੱਟ। ਬਹਾਦਰੀ ਜਾਂ ਕੋਸ਼ਿਸ਼ ਜਾਂ ਕੋਈ ਮਹਾਨ ਕਾਰਜ ਨਹੀਂ, ਕੰਮ ਜੋ ਕੋਈ ਵੀ ਕਰ ਸਕਦਾ ਸੀ, ਪਰ ਸਕਾਟ ਇਹਨਾਂ ਵਿਕਲਪਾਂ ਨਾਲ ਜੁੜੇ ਰਹਿਣ ਲਈ ਦ੍ਰਿੜ ਹੈ। ਇਹ ਜਾਣਦੇ ਹਾਂ ਕਿ ਉਹ ਸਧਾਰਨ ਹੋਣ ਦੇ ਬਾਵਜੂਦ ਉਸ ਨੂੰ ਆਸਾਨੀ ਨਾਲ ਉਹਨਾਂ ਨੂੰ ਤਿਆਗਣ ਲਈ ਵੀ ਉਕਸਾਇਆ ਜਾ ਸਕਦਾ ਹੈ। ਮਿੱਤਰ ਨੰਬਰ 3, ਬ੍ਰੈਡ, ਕੁਝ ਮਾੜੀਆਂ ਚੋਣਾਂ ਕਰਦਾ ਹੈ। ਉਸਨੇ ਹਾਲ ਹੀ ਵਿੱਚ ਇੱਕ ਨਵਾਂ ਵੱਡੀ ਸਕਰੀਨ ਵਾਲਾ ਟੀਵੀ ਖਰੀਦਿਆ ਹੈ ਤਾਂ ਜੋ ਉਹ ਆਪਣੇ ਮਨਪਸੰਦ ਪ੍ਰੋਗਰਾਮਾਂ ਨੂੰ ਵੇਖ ਸਕੇ। ਉਹ ਪਕਵਾਨ ਅਜ਼ਮਾ ਰਿਹਾ ਹੈ ਜੋ ਉਸਨੇ ਫੂਡ ਚੈਨਲ ਤੇ ਦੇਖੇ। ਚੀਜ਼ ਦੇ ਕੈਸਰੋਲ ਅਤੇ ਮਠਿਆਈਆਂ ਉਸਦੇ ਮਨਪਸੰਦ ਹਨ। ਅਤੇ ਉਸਨੇ ਆਪਣੇ ਪਰਿਵਾਰਕ ਕਮਰੇ ਵਿੱਚ ਇੱਕ ਬਾਰ ਸਥਾਪਿਤ ਕੀਤਾ ਅਤੇ ਹਰ ਹਫ਼ਤੇ ਇੱਕ ਐਲਕੋਹਲ ਪੀਣ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕੀਤਾ। ਕੋਈ ਪਾਗਲਪਨ ਨਹੀਂ, ਬ੍ਰੈਡ ਸਿਰਫ ਕੁਝ ਹੋਰ ਮਜ਼ੇ ਲੈਣਾ ਚਾਹੁੰਦਾ ਹੈ। 5 ਮਹੀਨਿਆਂ ਦੇ ਅੰਤ ਤੇ ਲੈਰੀ, ਸਕਾਟ ਜਾਂ ਬ੍ਰੈਡ ਵਿੱਚ ਕੋਈ ਦਿਖਾਈ ਦੇਣ ਯੋਗ ਅੰਤਰ ਨਹੀਂ ਆਇਆ। ਸਕਾਟ ਹਰ ਰੋਜ਼ ਥੋੜਾ ਜਿਹਾ ਪੜ੍ਹਨਾ ਅਤੇ ਆਪਣੀ ਯਾਤਰਾ ਦੌਰਾਨ ਆਡੀਓ ਸੁਣਨਾ ਜਾਰੀ ਰੱਖਦਾ ਹੈ। ਬ੍ਰੈਡ ਜ਼ਿੰਦਗੀ ਦਾ ਆਨੰਦ ਲੈ ਰਿਹਾ ਹੈ ਅਤੇ ਕੰਮ ਘੱਟ ਕਰ ਰਿਹਾ ਹੈ। ਲੈਰੀ ਉਸੇ ਤਰ੍ਹਾਂ ਕਰਦਾ ਰਹਿੰਦਾ ਹੈ ਜਿਵੇਂ ਉਹ ਹਮੇਸ਼ਾ ਹੁੰਦਾ ਹੈ। ਹਾਲਾਂਕਿ ਹਰ ਵਿਅਕਤੀ ਦਾ ਆਪਣਾ ਵਿਵਹਾਰ ਦਾ ਆਪਣਾ ਢੰਗ ਹੈ। 5 ਮਹੀਨਿਆਂ ਦਾ ਸਮਾਂ ਕਾਫੀ ਨਹੀਂ ਹੈ ਕਿ ਉਹਨਾਂ ਦੇ ਹਾਲਾਤ ਵਿੱਚ ਕੋਈ ਅਸਲ ਗਿਰਾਵਟ ਜਾਂ ਸੁਧਾਰ ਵੇਖਿਆ ਜਾਵੇ। ਦਰਅਸਲ ਜੇ ਤੁਸੀਂ 3 ਆਦਮੀਆਂ ਦੇ ਭਾਰ ਨੂੰ ਨਾਪੋ ਤਾਂ ਤੁਹਾਨੂੰ 0 ਬਦਲਾਅ ਦਿਖਾਈ ਦੇਵੇਗਾ। ਇਹ ਬਿਲਕੁਲ ਬਰਾਬਰ ਦਿਖਾਈ ਦੇਣਗੇ। 10 ਮਹੀਨਿਆਂ ਦੇ ਅੰਤ ਤੱਕ ਵੀ ਅਸੀਂ ਅਜੇ ਉਹਨਾਂ ਦੇ ਜੀਵਨ ਵਿੱਚ ਧਿਆਨਯੋਗ ਤਬਦੀਲੀਆਂ ਨਹੀਂ ਦੇਖ ਸਕਦੇ। ਇਹ 18ਵੇਂ ਦਿਨ ਦੇ ਅੰਤ ਤੱਕ ਨਹੀਂ ਹੈ ਕਿ ਇਹਨਾਂ 3 ਦੋਸਤਾਂ ਵਿੱਚ ਮਾਮੂਲੀ ਅੰਤਰ ਮਾਪਣਯੋਗ ਦਿਖਾਈ ਦੇਵੇਗਾ, ਪਰ ਲਗਭਗ 25 ਮਹੀਨੇ ਬਾਅਦ ਅਸੀਂ ਸੱਚਮੁੱਚ ਮਾਪਣਯੋਗ ਦਿਖਾਈ ਦੇਣ ਵਾਲੇ ਅੰਤਰ ਨੂੰ ਵੇਖਣਾ ਸ਼ੁਰੂ ਕਰਦੇ ਹਾਂ। 27ਵੇਂ ਮਹੀਨੇ ਅਸੀਂ ਇੱਕ ਵੱਡਾ ਅੰਤਰ ਦੇਖਦੇ ਹਾਂ ਅਤੇ 31ਵੇਂ ਮਹੀਨੇ ਤੱਕ ਤਬਦੀਲੀ ਹੈਰਾਨ ਕਰਨ ਵਾਲੀ ਹੈ। ਬ੍ਰੈਡ ਹੁਣ ਮੋਟਾ ਹੈ ਜਦੋਂ ਕਿ ਸਕਾਟ ਸੁਡੋਲ ਹੈ। ਇੱਕ ਦਿਨ ਵਿੱਚ ਸਿਰਫ 125 ਕੈਲੋਰੀਜ਼ ਕੱਟ ਕੇ 31ਵੇਂ ਮਹੀਨਿਆਂ ਸਕਾਟ ਨੇ 30 ਪਾਉਂਡ ਭਾਰ ਘਟਾਇਆ ਹੈ।
31 महीने बराबर 940 दिन। 940 गुणा 125 कैलोरी बटा दिन बराबर 1,17,500 कैलोरीज बचाई गई। 1,17,000 कैलोरीज बचाइयां गुणा 1 पौंड बटा 3,500 कैलोरीज बराबर 33.5 पौंड घटाए गए। ब्रैड ने उस समय दौरान दिन ਵਿੱਚ ਸਿਰਫ 125 ਵਾਧੂ ਕੈਲੋਰੀਜ਼ ਖਾਧਾ ਅਤੇ 33.5 ਪੌਂਡ ਭਾਰ ਵਧਾਇਆ। ਹੁਣ ਉਹ ਸਕਾਟ ਨਾਲੋਂ 67 ਪੌਂਡ ਵੱਧ ਵਜ਼ਨ ਦਾ ਹੈ, ਪਰ ਅੰਤਰ ਭਾਰ ਨਾਲੋਂ ਵਧੇਰੇ ਮਹੱਤਵਪੂਰਨ ਹਨ। ਸਕਾਟ ਨੇ ਚੰਗੀਆਂ ਕਿਤਾਬਾਂ ਪੜ੍ਹਨ ਅਤੇ ਸਵੈ ਸੁਧਾਰ ਆਡੀਓ ਸੁਣਨ ਲਈ ਲਗਭਗ 1000 ਘੰਟੇ ਦਾ ਨਿਵੇਸ਼ ਕੀਤਾ ਅਤੇ ਆਪਣੇ ਨਵੇਂ ਪ੍ਰਾਪਤ ਗਿਆਨ ਨੂੰ ਅਭਿਆਸ ਵਿੱਚ ਪਾ ਕੇ ਉਸਨੇ ਤਰੱਕੀ ਅਤੇ ਕਮਾਈ ਵਿੱਚ ਵਾਧਾ ਹਾਸਿਲ ਕੀਤਾ। ਸਭ ਤੋਂ ਵਧੀਆ ਉਸ ਦਾ ਵਿਆਹ ਸੰਪੰਨ ਹੋ ਰਿਹਾ ਹੈ। ਬ੍ਰੈਡ ਉਹ ਕੰਮ ਤੋਂ ਨਾਖੁਸ਼ ਹੈ ਅਤੇ ਉਸ ਦਾ ਵਿਆਹ ਡਗਮਗਾ ਰਿਹਾ ਹੈ ਅਤੇ ਲੈਰੀ ਕਾਫੀ ਕੁਝ ਉਹੀ ਹੈ ਜੋ ਉਹ 2.5 ਸਾਲ ਪਹਿਲਾਂ ਸੀ, ਸਿਵਾਏ ਹੁਣ ਉਹ ਇਸ ਬਾਰੇ ਥੋੜਾ ਹੋਰ ਖਿਜਿਆ ਹੋਇਆ ਹੈ। ਸੰਯੁਕਤ ਪ੍ਰਭਾਵ ਦੀ ਅਸਾਧਾਰਨ ਸ਼ਕਤੀ ਯਾਨੀ ਸਧਾਰਨ ਹੈ। ਉਹ ਲੋਕ ਜੋ ਆਪਣੇ ਲਾਭ ਲਈ ਸੰਯੁਕਤ ਪ੍ਰਭਾਵ ਨੂੰ ਵਰਤਦੇ ਹਨ ਵਿੱਚ ਅੰਤਰ ਆਪਣੇ ਦੋਸਤਾਂ ਦੇ ਮੁਕਾਬਲੇ ਜੋ ਇਸ ਤਾਕਤ ਨੂੰ ਆਪਣੇ ਵਿਰੁੱਧ ਜਾਣ ਦਿੰਦੇ ਹਨ ਲਗਭਗ ਨਾ ਮਾਪਣਯੋਗ ਹੁੰਦਾ ਹੈ। ਇਹ ਚਮਤਕਾਰੀ ਲੱਗੇਗਾ ਜਿਵੇਂ ਜਾਦੂ ਜਾਂ ਕੁਦਰਤ ਦਾ ਉਛਾਲ। 31ਵੇਂ ਮਹੀਨਿਆਂ ਜਾਂ 31ਵੇਂ ਸਾਲਾਂ ਦੇ ਬਾਅਦ ਉਹ ਵਿਅਕਤੀ ਜੋ ਸੰਯੁਕਤ ਪ੍ਰਭਾਵ ਦੇ ਸਕਾਰਾਤਮਕ ਸੁਭਾਅ ਦੀ ਵਰਤੋਂ ਕਰਦਾ ਹੈ ਉਹ ਰਾਤੋਂ ਰਾਤ ਸਫਲਤਾ ਹਾਸਲ ਕਰਨ ਵਾਲਾ ਜਾਪਦਾ ਹੈ। ਵਾਸਤਵ ਵਿੱਚ ਉਸ ਦੀ ਡੂੰਘੀ ਸਫਲਤਾ ਛੋਟੇ ਸਿਆਣੇ ਵਿਕਲਪਾਂ ਦਾ ਨਤੀਜਾ ਸੀ ਜੋ ਸਮੇਂ ਦੇ ਨਾਲ ਨਿਰੰਤਰ ਜਾਰੀ ਰੱਖੇ ਜਾਂਦੇ ਹਨ। ਲਹਿਰ ਪ੍ਰਭਾਵ। ਉਪਰੋਕਤ ਉਦਾਹਰਨ ਦੇ ਨਤੀਜੇ ਨਾਟਕੀ ਜਾਪਦੇ ਹਨ, ਮੈਨੂੰ ਪਤਾ ਹੈ, ਪਰ ਇਹ ਇਸ ਤੋਂ ਵੀ ਡੂੰਘਾ ਹੈ। ਹਕੀਕਤ ਇਹ ਹੈ ਕਿ ਇੱਕ ਛੋਟੀ ਜਿਹੀ ਤਬਦੀਲੀ ਦਾ ਵੀ ਮਹੱਤਵਪੂਰਨ ਪ੍ਰਭਾਵ ਹੋ ਸਕਦਾ ਹੈ ਜੋ ਇੱਕ ਅਚਾਨਕ ਅਤੇ ਅਣਜਾਣੇ ਲਹਿਰ ਪ੍ਰਭਾਵ ਦਾ ਕਾਰਨ ਬਣਦਾ ਹੈ। ਆਓ ਬ੍ਰੈਡ ਦੀ ਇੱਕ ਬੁਰੀ ਆਦਤ ਨੂੰ ਮਾਈਕਰੋਸਕੋਪ ਦੇ ਹੇਠਾਂ ਰੱਖੀਏ। ਮਹਿੰਗਾ ਭੋਜਨ ਵਧੇਰੇ ਖਾਣਾ। ਬਿਹਤਰ ਇਹ ਸਮਝਣ ਲਈ ਕਿ ਸੰਯੁਕਤ ਪ੍ਰਭਾਵ ਕਿਵੇਂ ਇੱਕ ਨਕਾਰਾਤਮਕ ਢੰਗ ਨਾਲ ਕੰਮ ਕਰ ਸਕਦਾ ਹੈ ਅਤੇ ਇੱਕ ਲਹਿਰ ਪ੍ਰਭਾਵ ਪੈਦਾ ਕਰ ਸਕਦਾ ਹੈ ਜੋ ਉਸਦੇ ਸਾਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਬ੍ਰੈਡ ਨੇ ਇੱਕ ਪਕਵਾਨ ਤਿਆਰ ਕੀਤਾ ਜੋ ਉਸਨੇ ਫੂਡ ਚੈਨਲ ਤੋਂ ਸਿੱਖਿਆ। ਉਹ ਮਾਣ ਕਰਦਾ ਹੈ ਅਤੇ ਉਸਦਾ ਪਰਿਵਾਰ ਇਸ ਨੂੰ ਪਸੰਦ ਕਰਦਾ ਹੈ ਅਤੇ ਲੱਗਦਾ ਹੈ ਕਿ ਇਹ ਚਾਰੇ ਪਾਸੇ ਮੁੱਲ ਜੋੜਦਾ ਹੈ। ਉਹ ਉਹਨਾਂ ਨੂੰ ਅਤੇ ਹੋਰ ਮਠਿਆਈਆਂ ਨੂੰ ਅਕਸਰ ਬਣਾਉਣ ਲੱਗਦਾ ਹੈ। ਉਹ ਆਪਣੇ ਖਾਣਾ ਪਕਾਉਣ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਆਪਣੇ ਹਿੱਸੇ ਨਾਲੋਂ ਜ਼ਿਆਦਾ ਖਾਂਦਾ ਹੈ, ਪਰ ਇੰਨਾ ਨਹੀਂ ਕਿ ਕੋਈ ਧਿਆਨ ਦੇਵੇ। ਵਾਧੂ ਭੋਜਨ ਬ੍ਰੈਡ ਨੂੰ ਰਾਤ ਨੂੰ ਸੁਸਤ ਬਣਾ ਦਿੰਦਾ ਹੈ। ਉਹ ਥੋੜਾ ਸੁਸਤ ਉੱਠਦਾ ਹੈ। ਕਮਜ਼ੋਰੀ ਅਤੇ ਨੀਂਦ ਦੀ ਘਾਟ ਉਸਦੇ ਕੰਮ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ। ਉਹ ਘੱਟ ਲਾਭਕਾਰੀ ਹੈ ਅਤੇ ਨਤੀਜੇ ਵਜੋਂ ਆਪਣੇ ਬੌਸ ਤੋਂ ਨਿਰਾਸ਼ਾਜਨਕ ਪ੍ਰਤੀਕਿਰਿਆ ਪ੍ਰਾਪਤ ਕਰਦਾ ਹੈ। ਦਿਨ ਦੇ ਅੰਤ ਤੱਕ ਉਹ ਆਪਣੀ ਨੌਕਰੀ ਤੋਂ ਅਸੰਤੁਸ਼ਟ ਮਹਿਸੂਸ ਕਰਦਾ ਹੈ ਅਤੇ ਉਸਦੀ ਊਰਜਾ ਦਾ ਪੱਧਰ ਬਹੁਤ ਘੱਟ ਹੋ ਜਾਂਦਾ ਹੈ। ਘਰ ਵੱਲ ਦਾ ਸਫ਼ਰ ਪਹਿਲਾਂ ਨਾਲੋਂ ਲੰਬਾ ਅਤੇ ਵਧੇਰੇ ਤਣਾਅ ਵਾਲਾ ਲੱਗਦਾ ਹੈ। ਇਹ ਸਭ ਉਸ ਨੂੰ ਵਧੇਰੇ ਵਧੀਆ ਭੋਜਨ ਤੱਕ ਪਹੁੰਚਾਉਂਦਾ ਹੈ। ਤਣਾਅ ਦਾ ਅਜਿਹਾ ਕਰਨ ਦਾ ਇੱਕ ਤਰੀਕਾ ਹੈ। ਊਰਜਾ ਦੀ ਸਮੁੱਚੀ ਘਾਟ ਕਾਰਨ ਬ੍ਰੈਡ ਦਾ ਆਪਣੀ ਪਤਨੀ ਨਾਲ ਸੈਰ ਕਰਨ ਦੀ ਘੱਟ ਸੰਭਾਵਨਾ ਹੋ ਜਾਂਦੀ ਹੈ ਜਿਵੇਂ ਕਿ ਉਹ ਪਹਿਲਾਂ ਕਰਦਾ ਸੀ। ਉਸ ਨੂੰ ਬਸ ਇਹ ਹੁਣ ਠੀਕ ਨਹੀਂ ਲੱਗਦਾ। ਉਹ ਆਪਣਾ ਇਕੱਠਿਆਂ ਦਾ ਸਮਾਂ ਯਾਦ ਕਰਦੀ ਹੈ ਅਤੇ ਉਸ ਦੀ ਨਾਂਹ ਨੂੰ ਨਿੱਜੀ ਤੌਰ ਤੇ ਲੈਂਦੀ ਹੈ। ਆਪਣੀ ਪਤਨੀ ਨਾਲ ਘੱਟ ਸਾਂਝੀ ਗਤੀਵਿਧੀਆਂ ਅਤੇ ਤਾਜ਼ੀ ਹਵਾ ਅਤੇ ਕਸਰਤ ਦੀ ਅਣਹੋਂਦ ਦੇ ਨਾਲ ਬ੍ਰੈਡ ਨੂੰ ਐਂਡੋਰਫਿਨ ਨਹੀਂ ਮਿਲ ਰਹੀ ਜਿਸ ਨੇ ਉਸ ਨੂੰ ਖੁਸ਼ ਅਤੇ ਉਤਸ਼ਾਹੀ ਮਹਿਸੂਸ ਕਰਨ ਵਿੱਚ ਸਹਾਇਤਾ ਕੀਤੀ ਸੀ। ਕਿਉਂਕਿ ਉਹ ਇੰਨਾ ਖੁਸ਼ ਨਹੀਂ ਹੈ, ਉਹ ਆਪਣੇ ਅਤੇ ਦੂਜਿਆਂ ਵਿੱਚ ਗਲਤੀਆਂ ਲੱਭਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੀ ਪਤਨੀ ਦੀ ਤਾਰੀਫ ਕਰਨਾ ਬੰਦ ਕਰ ਦਿੰਦਾ ਹੈ। ਜਿਵੇਂ ਕਿ ਉਸ ਦਾ ਸਾਰਾ ਸਰੀਰ ਕਮਜ਼ੋਰ ਮਹਿਸੂਸ ਕਰਨਾ ਸ਼ੁਰੂ ਹੁੰਦਾ ਹੈ। ਉਹ ਘੱਟ ਆਤਮ ਵਿਸ਼ਵਾਸ, ਘੱਟ ਆਕਰਸ਼ਿਤ ਅਤੇ ਘੱਟ ਰੋਮਾਂਟਿਕ ਮਹਿਸੂਸ ਕਰਦਾ ਹੈ। ਬ੍ਰੈਡ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਉਸ ਦੀ ਪਤਨੀ ਪ੍ਰਤੀ ਉਸ ਦੀ ਊਰਜਾ ਅਤੇ ਪਿਆਰ ਦੀ ਕਮੀ ਉਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਉਹ ਸਿਰਫ ਜਾਣਦਾ ਹੈ ਕਿ ਉਸ ਨੂੰ ਅਜੀਬ ਮਹਿਸੂਸ ਹੋ ਰਿਹਾ ਹੈ। ਉਹ ਦੇਰ ਰਾਤ ਟੀਵੀ ਵਿੱਚ ਗੁਆਚਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਇਹ ਸੌਖਾ ਅਤੇ ਧਿਆਨ ਭਟਕਾਉਣ ਵਾਲਾ ਹੈ। ਦੂਰੀ ਨੂੰ ਮਹਿਸੂਸ ਕਰਦਿਆਂ ਬ੍ਰੈਡ ਦੀ ਪਤਨੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੰਦੀ ਹੈ, ਫਿਰ ਲੋੜਵੰਦ ਬਣ ਜਾਂਦੀ ਹੈ। ਜਦੋਂ ਇਹ ਕੰਮ ਨਹੀਂ ਕਰਦਾ ਤਾਂ ਆਪਣੀ ਰੱਖਿਆ ਲਈ ਭਾਵਨਾਤਮਕ ਤੌਰ ਤੇ ਪਿੱਛੇ ਹਟ ਜਾਂਦੀ ਹੈ। ਉਹ ਇਕੱਲੀ ਹੈ। ਉਹ ਆਪਣੀ ਊਰਜਾ ਆਪਣੇ ਕੰਮ ਵੱਲ ਲਗਾਉਂਦੀ ਹੈ ਅਤੇ ਸਾਥੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੀ ਸਹੇਲੀਆਂ ਨਾਲ ਵਧੇਰੇ ਸਮਾਂ ਬਿਤਾਉਂਦੀ ਹੈ। ਆਦਮੀ ਉਸ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਉਹ ਫਿਰ ਤੋਂ ਚਾਹਵਾਨ ਮਹਿਸੂਸ ਕਰਦੀ ਹੈ। ਉਹ ਬ੍ਰੈਡ ਨਾਲ ਧੋਖਾ ਨਹੀਂ ਕਰੇਗੀ, ਪਰ ਉਸ ਨੂੰ ਮਹਿਸੂਸ ਹੋਇਆ ਕਿ ਕੁਝ ਗਲਤ ਹੈ। ਇਹ ਵੇਖਣ ਦੀ ਬਜਾਏ ਕਿ ਉਸ ਦੀਆਂ ਮਾੜੀਆਂ ਚੋਣਾਂ ਅਤੇ ਵਿਵਹਾਰ ਉਸ ਦੀਆਂ ਮੁਸ਼ਕਲਾਂ ਦੀ ਜੜ ਹਨ, ਉਹ ਆਪਣੀ ਪਤਨੀ ਦਾ ਨੁਕਸ ਕੱਢਦਾ ਹੈ। ਇਹ ਮੰਨਣਾ ਕਿ ਦੂਸਰਾ ਵਿਅਕਤੀ ਗਲਤ ਹੈ ਇਸ ਦੀ ਬਜਾਏ ਕਿ ਆਪਣੇ ਅੰਦਰ ਝਾਤੀ ਮਾਰਨੀ ਅਤੇ ਆਪਣੀ ਖਰਾਬੀ ਨੂੰ ਠੀਕ ਕਰਨਾ ਬੁਨਿਆਦੀ ਮਨੋਵਿਗਿਆਨ 101 ਪਾਠ ਹੈ। ਬ੍ਰੈਡ ਦੇ ਮਾਮਲੇ ਵਿੱਚ ਉਹ ਅੰਦਰ ਵੇਖਣਾ ਹੀ ਨਹੀਂ ਜਾਣਦਾ। ਉਸਦੇ ਚੋਟੀ ਦੇ ਸ਼ੈਫ ਅਤੇ ਮਨਪਸੰਦ ਅਪਰਾਧਕ ਸ਼ੋਅ ਸਵੈ ਸੁਧਾਰ ਜਾਂ ਰਿਸ਼ਤੇ ਦੀ ਸਲਾਹ ਨਹੀਂ ਦਿੰਦੇ।
ਹਾਲਾਂਕਿ ਉਸਨੂੰ ਇਹ ਖਿਆਲ ਆ ਗਿਆ ਸੀ ਕਿ ਜੇ ਉਸਨੇ ਨਿੱਜੀ ਵਿਕਾਸ ਦੀਆਂ ਕਿਤਾਬਾਂ ਆਪਣੇ ਦੋਸਤ ਸਕਾਟ ਵਾਂਗ ਪੜ੍ਹੀਆਂ ਹੁੰਦੀਆਂ ਤਾਂ ਉਹ ਸ਼ਾਇਦ ਨਕਾਰਾਤਮਕ ਆਦਤਾਂ ਨੂੰ ਬਦਲਣ ਦੇ ਤਰੀਕਿਆਂ ਬਾਰੇ ਜਾਣਦਾ ਹੁੰਦਾ। ਬਦਕਿਸਮਤੀ ਨਾਲ ਬ੍ਰੈਡ ਲਈ ਉਸ ਦੀਆਂ ਨਿੱਤ ਦੀਆਂ ਛੋਟੀਆਂ ਚੋਣਾਂ ਨੇ ਇੱਕ ਲਹਿਰ ਪੈਦਾ ਕੀਤੀ ਜੋ ਉਸਦੇ ਜੀਵਨ ਦੇ ਹਰ ਖੇਤਰ ਵਿੱਚ ਤਬਾਹੀ ਮਚਾਉਂਦੀ ਹੈ। ਬੇਸ਼ੱਕ ਉਹ ਸਾਰੀ ਕੈਲੋਰੀ, ਗਿਣਤੀ ਅਤੇ ਬੌਧਿਕ ਉਤੇਜਨਾ ਜਿਸ ਦਾ ਸਕਾਟ ਉੱਤੇ ਬਿਲਕੁਲ ਉਲਟ ਅਸਰ ਹੋਇਆ ਹੈ, ਜੋ ਹੁਣ ਸਕਾਰਾਤਮਕ ਨਤੀਜਿਆਂ ਦਾ ਆਨੰਦ ਲੈ ਰਿਹਾ ਹੈ। ਇਹ ਇੰਨਾ ਸੌਖਾ ਹੈ, ਕਾਫੀ ਸਮਾਂ ਅਤੇ ਇਕਸਾਰਤਾ ਨਾਲ ਨਤੀਜੇ ਦਿਖਾਈ ਦਿੰਦੇ ਹਨ। ਹੋਰ ਵੀ ਬਿਹਤਰ, ਉਹਨਾਂ ਦੀ ਪੂਰੀ ਭਵਿੱਖਬਾਣੀ ਹੋ ਜਾਂਦੀ ਹੈ। ਸੰਯੁਕਤ ਪ੍ਰਭਾਵ ਦੀ ਸੁੰਦਰਤਾ ਇਸ ਦੀ ਸਾਦਗੀ ਵਿੱਚ ਹੈ। ਧਿਆਨ ਦਿਓ ਕਿ ਕਿਵੇਂ ਚਿੱਤਰ ਦੇ ਖੱਬੇ ਪਾਸੇ ਨਤੀਜੇ ਗੁੰਝਲਦਾਰ ਹਨ, ਪਰ ਬਾਅਦ ਵਿੱਚ ਉਹ ਇੰਨੇ ਸ਼ਕਤੀਸ਼ਾਲੀ ਢੰਗ ਨਾਲ ਵੱਖਰੇ ਹੋ ਜਾਂਦੇ ਹਨ। ਸਾਰੇ ਰਸਤੇ ਦੇ ਵਿਵਹਾਰ ਬਿਲਕੁਲ ਇੱਕੋ ਜਿਹੇ ਹੁੰਦੇ ਹਨ, ਪਰ ਸੰਯੁਕਤ ਪ੍ਰਭਾਵ ਦਾ ਜਾਦੂ ਅੰਤ ਵਿੱਚ ਨਤੀਜਿਆਂ ਵਿੱਚ ਵੱਡੇ ਅੰਤਰ ਲਿਆਉਣ ਲਈ ਧੱਕਾ ਲਗਾਉਂਦਾ ਹੈ। ਸੰਯੁਕਤ ਪ੍ਰਭਾਵ ਅਨੁਮਾਨਯੋਗ ਅਤੇ ਮਾਪਨਯੋਗ ਹੈ। ਇਹ ਚੰਗੀ ਖਬਰ ਹੈ। ਕੀ ਇਹ ਜਾਣ ਕੇ ਤੁਹਾਨੂੰ ਦਿਲਾਸਾ ਨਹੀਂ ਮਿਲਦਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਸਿਰਫ ਸਮੇਂ ਦੇ ਨਾਲ ਲਗਾਤਾਰ ਛੋਟੇ-ਛੋਟੇ ਕਦਮ ਚੁੱਕਣ ਦੀ ਜ਼ਰੂਰਤ ਹੈ? ਕੀ ਇਹ ਬਹਾਦਰੀ ਅਤੇ ਕਲਾਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਨਾਲੋਂ ਸੌਖਾ ਨਹੀਂ ਹੈ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਬਦਲਣਾ ਹੈ ਅਤੇ ਜਿਸ ਲਈ ਉਸ ਸਾਰੀ ਊਰਜਾ ਨੂੰ ਬਾਅਦ ਵਿੱਚ ਇੱਕ ਹੋਰ ਕੋਸ਼ਿਸ਼ ਕਰਨ ਲਈ ਦੁਬਾਰਾ ਇਕੱਠਾ ਕਰਨਾ ਪਵੇਗਾ ਜੋ ਅਸਫਲ ਹੋਵੇਗਾ? ਮੈਂ ਇਸ ਬਾਰੇ ਸੋਚਦਿਆਂ ਹੀ ਥੱਕ ਗਿਆ ਹਾਂ, ਪਰ ਇਹ ਉਹੀ ਹੈ ਜੋ ਲੋਕ ਕਰਦੇ ਹਨ। ਸਾਨੂੰ ਸਮਾਜ ਦੁਆਰਾ ਬਣਾ ਦਿੱਤਾ ਗਿਆ ਹੈ ਕਿ ਵੱਡੇ ਯਤਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਭਾਵਕਾਰੀ ਵਿੱਚ ਵਿਸ਼ਵਾਸ ਕੀਤਾ ਜਾਵੇ। ਇਹ ਬਿਲਕੁਲ ਅਮਰੀਕੀ ਵਤੀਰਾ ਹੈ। ਚਿੱਤਰ 1 ਦੇਖੋ। ਸਫਲਤਾ, ਪੁਰਾਣਾ ਰਵੱਈਆ। ਸੰਯੁਕਤ ਪ੍ਰਭਾਵ ਦਾ ਸਭ ਤੋਂ ਚੁਣੌਤੀਪੂਰਨ ਪਹਿਲੂ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਸਾਨੂੰ ਨਤੀਜੇ ਦਿਖਾਈ ਦੇਣ, ਇਕਸਾਰ ਅਤੇ ਕੁਸ਼ਲਤਾ ਨਾਲ ਥੋੜ੍ਹੇ ਸਮੇਂ ਲਈ ਕੰਮ ਕਰਨਾ ਜਾਰੀ ਰੱਖਣਾ ਹੁੰਦਾ ਹੈ। ਸਾਡੇ ਵੱਡੇ ਵਡੇਰੇ ਇਹ ਜਾਣਦੇ ਸਨ। ਇਸੇ ਕਰਕੇ ਉਹਨਾਂ ਨੇ 30 ਦਿਨਾਂ ਵਿੱਚ ਪਤਲੇ ਪੱਟ 6 ਮਹੀਨਿਆਂ ਵਿੱਚ ਇੱਕ ਅਚਲ ਸੰਪત્ਤੀ ਦਾ ਰਾਜਾ ਕਿਵੇਂ ਬਣਨਾ ਹੈ, ਇਸ ਬਾਰੇ ਜਾਣਨ ਲਈ ਆਪਣੀ ਸ਼ਾਮ ਟੀਵੀ ਅੱਗੇ ਨਹੀਂ ਬਿਤਾਈ। ਮੈਂ ਸੱਟਾ ਲਗਾਉਂਦਾ ਹਾਂ ਕਿ ਤੁਹਾਡੇ ਵੱਡੇ ਵਡੇਰੇ ਹਫ਼ਤੇ ਵਿੱਚ 6 ਦਿਨ ਕੰਮ ਕਰਦੇ ਸਨ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਉਹਨਾਂ ਹੁਨਰਾਂ ਦੀ ਵਰਤੋਂ ਕਰਦੇ ਹਨ ਜੋ ਉਹ ਆਪਣੀ ਜਵਾਨੀ ਵਿੱਚ ਸਿੱਖੀਆਂ ਅਤੇ ਆਪਣੀ ਪੂਰੀ ਜ਼ਿੰਦਗੀ ਵਿੱਚ ਵਾਰ-ਵਾਰ ਕੀਤਾ। ਉਹ ਜਾਣਦੇ ਸਨ ਕਿ ਰਹੱਸ ਸਖਤ ਮਿਹਨਤ, ਅਨੁਸ਼ਾਸਨ ਅਤੇ ਚੰਗੀਆਂ ਆਦਤਾਂ ਸਨ। ਇਹ ਦਿਲਚਸਪ ਹੈ ਕਿ ਦੌਲਤ ਇੱਕ ਪੀੜ੍ਹੀ ਨੂੰ ਛੱਡਦੀ ਹੈ। ਬਹੁਤਾਤ ਕਾਰਨ ਅਕਸਰ ਮਾਨਸਿਕਤਾ ਦੀ ਘਾਟ ਹੁੰਦੀ ਹੈ ਜੋ ਕਿ ਗਲਤ ਜੀਵਨ ਸ਼ੈਲੀ ਲਿਆਉਂਦੀ ਹੈ। ਅਮੀਰ ਦੇ ਬੱਚੇ ਖਾਸਕਰ ਸੰਵੇਦਨਸ਼ੀਲ ਹੁੰਦੇ ਹਨ। ਉਹ ਨਹੀਂ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਧਨ ਪੈਦਾ ਕਰਨ ਲਈ ਅਨੁਸ਼ਾਸਨ ਅਤੇ ਚਰਿੱਤਰ ਵਿਕਸਿਤ ਕੀਤੇ ਸਨ। ਇਸ ਲਈ ਇਹ ਸਮਝ ਵਿੱਚ ਆਉਂਦਾ ਹੈ ਕਿ ਉਹਨਾਂ ਕੋਲ ਸ਼ਾਇਦ ਧਨ ਦੌਲਤ ਦੀ ਉਹੋ ਜਿਹੀ ਭਾਵਨਾ ਜਾਂ ਸਮਝ ਨਹੀਂ ਆਉਂਦੀ ਜੋ ਦੱਸੇ ਕਿ ਇਸ ਨੂੰ ਕਾਇਮ ਰੱਖਣ ਲਈ ਕੀ ਜ਼ਰੂਰੀ ਹੈ। ਅਸੀਂ ਅਕਸਰ ਰਾਇਲਟੀ, ਫਿਲਮੀ ਸਿਤਾਰਿਆਂ ਅਤੇ ਕਾਰਪੋਰੇਟ ਕਾਰਜਕਾਰੀਆਂ ਦੇ ਬੱਚਿਆਂ ਅਤੇ ਹਰ ਜਗ੍ਹਾ ਬੱਚਿਆਂ ਅਤੇ ਵੱਡਿਆਂ ਵਿੱਚ ਘੱਟ ਯੋਗਤਾ ਵਾਲੇ ਬੱਚਿਆਂ ਵਿੱਚ ਇਸ ਹੱਕ ਮੰਗਣ ਵਾਲੀ ਮਾਨਸਿਕਤਾ ਨੂੰ ਅਕਸਰ ਵੇਖਦੇ ਹਾਂ। ਇੱਕ ਰਾਸ਼ਟਰ ਵਜੋਂ ਜਾਪਦਾ ਹੈ ਕਿ ਸਾਡੀ ਪੂਰੀ ਆਬਾਦੀ ਨੇ ਇੱਕ ਚੰਗੇ ਕੰਮ ਦੀ ਨੈਤਿਕਤਾ ਦੀ ਕਦਰ ਗਵਾ ਦਿੱਤੀ ਹੈ। ਸਾਡੇ ਕੋਲ ਜੇ 3 ਨਹੀਂ ਤਾਂ 2 ਪੀੜ੍ਹੀਆਂ ਦੇ ਅਮਰੀਕੀ ਲੋਕ ਹਨ ਜਿਨ੍ਹਾਂ ਨੇ ਵੱਡੀ ਖੁਸ਼ਹਾਲੀ, ਦੌਲਤ ਅਤੇ ਆਰਾਮ ਜਾਣਿਆ ਹੈ। ਸਾਡੀਆਂ ਉਮੀਦਾਂ ਜੋ ਸਥਾਈ ਸਫਲਤਾ ਲਿਆਉਣ ਲਈ ਜ਼ਰੂਰੀ ਹਨ, ਜ਼ੋਰ, ਮਿਹਨਤ ਅਤੇ ਸਬਰ ਵਰਗੀਆਂ ਚੀਜ਼ਾਂ ਮਨਮੋਹਕ ਨਹੀਂ ਹੁੰਦੀਆਂ ਅਤੇ ਇਸ ਲਈ ਇਹਨਾਂ ਨੂੰ ਭੁਲਾ ਦਿੱਤਾ ਜਾਂਦਾ ਹੈ। ਅਸੀਂ ਆਪਣੇ ਪੁਰਖਿਆਂ ਦੀ ਲੜਾਈ ਅਤੇ ਸੰਘਰਸ਼ ਪ੍ਰਤੀ ਸਤਿਕਾਰ ਗਵਾ ਚੁੱਕੇ ਹਾਂ। ਉਹਨਾਂ ਨੇ ਸਖਤ ਕੋਸ਼ਿਸ਼ਾਂ ਕਰਕੇ ਅਨੁਸ਼ਾਸਨ ਸਥਾਪਿਤ ਕੀਤਾ, ਚਰਿੱਤਰ ਨੂੰ ਵਾਧਾ ਕੀਤਾ ਅਤੇ ਨਵੇਂ ਲੜਾਕਿਆਂ ਵਿੱਚ ਬਹਾਦਰੀ ਭਰੀ। ਸੱਚਾਈ ਇਹ ਹੈ, ਖੁਸ਼ਹਾਲੀ ਨੇ ਸਾਰੇ ਮਹਾਨ ਸਾਮਰਾਜਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਮਿਸਰ, ਯੂਨਾਨੀਆਂ, ਰੋਮੀ, ਸਪੈਨਿਸ਼, ਪੁਰਤਗਾਲੀ, ਫ੍ਰੈਂਚ ਅਤੇ ਅੰਗਰੇਜ਼ ਸ਼ਾਮਲ ਹਨ। ਪਰ ਇਹ ਇੱਥੇ ਹੀ ਸੀਮਤ ਨਹੀਂ ਹੈ। ਕਿਉਂਕਿ ਸਫਲਤਾ ਵਰਗਾ ਕੁਝ ਵੀ ਅਸਫਲ ਨਹੀਂ ਹੁੰਦਾ। ਕਈ ਵਾਰ ਪ੍ਰਭਾਵਸ਼ਾਲੀ ਸਾਮਰਾਜ ਇਸੇ ਕਾਰਨ ਕਰਕੇ ਅਸਫਲ ਹੋਏ ਹਨ। ਲੋਕ ਸਫਲਤਾ ਦੇ ਇੱਕ ਨਿਸ਼ਚਿਤ ਪੱਧਰ ਉੱਤੇ ਪਹੁੰਚ ਜਾਂਦੇ ਹਨ ਅਤੇ ਬਹੁਤ ਆਰਾਮ ਮਹਿਸੂਸ ਕਰਨ ਲੱਗ ਜਾਂਦੇ ਹਨ। ਖੁਸ਼ਹਾਲੀ, ਸਿਹਤ ਅਤੇ ਦੌਲਤ ਨੂੰ ਲੰਬੇ ਸਮੇਂ ਤੱਕ ਅਨੁਭਵ ਕਰਦਿਆਂ ਅਸੀਂ ਸੁਸਤ ਹੋ ਜਾਂਦੇ ਹਾਂ। ਅਸੀਂ ਉਹ ਕਰਨਾ ਬੰਦ ਕਰ ਦਿੰਦੇ ਹਾਂ ਜੋ ਅਸੀਂ ਉੱਥੇ ਪਹੁੰਚਣ ਲਈ ਕੀਤਾ ਸੀ। ਅਸੀਂ ਉਬਲਦੇ ਪਾਣੀ ਵਿੱਚ ਡੱਡੂ ਵਰਗੇ ਬਣ ਜਾਂਦੇ ਹਾਂ ਜੋ ਆਪਣੀ ਆਜ਼ਾਦੀ ਲਈ ਛਲਾਂਗ ਨਹੀਂ ਲਗਾਉਂਦਾ, ਕਿਉਂਕਿ ਤਪਸ਼ ਇੰਨੀ ਮੱਧਮ ਅਤੇ ਆਨੰਦਿਤ ਕਰਨ ਵਾਲੀ ਹੁੰਦੀ ਹੈ ਕਿ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਉਬਾਲਿਆ ਜਾ ਰਿਹਾ ਹੈ। ਜੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਵੱਡੇ ਵਡੇਰਿਆਂ ਦੇ ਕੰਮ ਦੀ ਨੈਤਿਕਤਾ ਨੂੰ ਮੁੜ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਇਹ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਕਿਰਦਾਰ ਨੂੰ ਬਹਾਲ ਕਰੀਏ। ਇਸ ਲਈ ਨਹੀਂ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣਾ ਹੈ, ਘੱਟੋ ਘੱਟ ਆਪਣੀ ਖੁਦ ਦੀ ਵੱਡੀ ਸਫਲਤਾ ਅਤੇ ਪ੍ਰਾਪਤੀ ਲਈ। ਚਿਰਾਗ ਵਿੱਚ ਜਿੰਨ ਵਰਗੇ ਵਿਚਾਰ ਨਾ ਖਰੀਦੋ। ਤੁਸੀਂ ਆਪਣੇ ਸੋਫੇ ਤੇ ਬੈਠ ਕੇ ਆਪਣੇ ਡਾਕ ਬਕਸੇ ਵਿੱਚ ਚੈੱਕਾਂ ਨੂੰ ਆਕਰਸ਼ਿਤ ਕਰਨ ਲਈ ਪੱਥਰਾਂ ਨੂੰ ਰਗੜਨ ਜਾਂ ਅੱਗ ਉੱਤੇ ਚੱਲ ਸਕਦੇ ਹੋ
ਤਾਂ ਕਿ 2000 ਸਾਲ ਪੁਰਾਣੇ ਗੁਰੂ ਨੂੰ ਬੁਲਾਇਆ ਜਾ ਸਕੇ, ਜਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਮੰਤਰਾਂ ਦਾ ਜਾਪ ਕਰ ਸਕਦੇ ਹੋ। ਪਰ ਇਸ ਵਿੱਚੋਂ ਬਹੁਤਾ ਕੁਝ ਵਪਾਰਕਤਾ ਧੋਖੇਬਾਜ਼ੀ ਹੈ ਜੋ ਤੁਹਾਡੀਆਂ ਕਮਜ਼ੋਰੀਆਂ ਦਾ ਧਿਆਨ ਖਿੱਚਦੀ ਹੈ। ਅਸਲ ਅਤੇ ਸਥਾਈ ਸਫਲਤਾ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ, ਨਾ ਅਸਫਲ ਹੋਣ ਵਰਗੀ ਸਫਲਤਾ ਦੇ ਸੰਕਲਪ ਨੂੰ ਦਰਸਾਉਣ ਲਈ ਮੇਰੇ ਕੋਲ ਇਸ ਵੇਲੇ ਅਸਲ ਕਹਾਣੀ ਹੈ। ਸੈਨ ਡਿਏਗੋ ਵਿੱਚ ਤੱਟ ਦੇ ਕਿਨਾਰੇ ਮੇਰੇ ਘਰ ਦੇ ਨੇੜੇ ਇੱਕ ਵਧੀਆ ਨਵਾਂ ਰੈਸਟੋਰੈਂਟ ਖੁੱਲ੍ਹਿਆ। ਸ਼ੁਰੂਆਤ ਵਿੱਚ ਜਗ੍ਹਾ ਬਹੁਤ ਵਧੀਆ ਰਹੀ। ਵੇਟਰ ਦੇ ਮੂੰਹ ਉੱਤੇ ਇੱਕ ਵੱਡੀ ਸਵਾਗਤ ਕਰਨ ਵਾਲੀ ਮੁਸਕਾਨ ਸੀ। ਸੇਵਾ ਕਮਾਲ ਦੀ ਸੀ। ਪ੍ਰਬੰਧਕ ਆਉਂਦਾ ਅਤੇ ਇਸ ਦਾ ਭਰੋਸਾ ਦਿਵਾਉਂਦਾ, ਅਤੇ ਭੋਜਨ ਬੇਮਿਸਾਲ ਸੀ। ਜਲਦੀ ਹੀ ਲੋਕ ਉੱਥੇ ਖਾਣ ਲਈ ਕਤਾਰ ਵਿੱਚ ਲੱਗ ਗਏ ਅਤੇ ਅਕਸਰ ਬੈਠਣ ਲਈ 1 ਘੰਟੇ ਤੋਂ ਵੱਧ ਤੱਕ ਉਡੀਕ ਕਰਦੇ। ਫਿਰ ਬਦਕਿਸਮਤੀ ਨਾਲ ਰੈਸਟੋਰੈਂਟ ਦੇ ਸਟਾਫ ਨੇ ਇਸ ਦੀ ਸਫਲਤਾ ਵਿੱਚ ਖੁਦ ਨੂੰ ਉੱਚਾ ਸਮਝਣਾ ਸ਼ੁਰੂ ਕਰ ਦਿੱਤਾ। ਹੋਸਟੈਸ ਚਿੜਚਿੜੀ ਹੋ ਗਈ, ਸਰਵਿਸ ਸਟਾਫ ਘਟੀਆ ਹੋ ਗਿਆ ਅਤੇ ਭੋਜਨ ਦੀ ਕੁਆਲਿਟੀ ਬੇਕਾਰ। 18 ਮਹੀਨਿਆਂ ਦੇ ਅੰਦਰ ਰੈਸਟੋਰੈਂਟ ਦਾ ਕਾਰੋਬਾਰ ਬੰਦ ਹੋ ਗਿਆ। ਉਹ ਆਪਣੀ ਸਫਲਤਾ ਦੇ ਕਾਰਨ ਅਸਫਲ ਹੋਏ, ਜਾਂ ਅਜਿਹਾ ਕਿਹਾ ਜਾਵੇ ਕਿ ਕਿਉਂਕਿ ਉਹਨਾਂ ਨੇ ਉਹ ਕਰਨਾ ਬੰਦ ਕਰ ਦਿੱਤਾ ਜਿਸ ਨਾਲ ਉਹਨਾਂ ਨੇ ਸ਼ੁਰੂਆਤ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਉਹਨਾਂ ਦੀ ਸਫਲਤਾ ਨੇ ਉਹਨਾਂ ਦੇ ਦ੍ਰਿਸ਼ਟੀਕੋਣ ਉੱਤੇ ਹਨੇਰਾ ਕਰ ਦਿੱਤਾ ਅਤੇ ਉਹ ਖਤਮ ਹੋ ਗਏ। ਮਾਈਕ੍ਰੋਵੇਵ ਮਾਨਸਿਕਤਾ। ਮਿਸ਼ਰਿਤ ਪ੍ਰਭਾਵ ਨੂੰ ਸਮਝਣ ਨਾਲ ਤੁਹਾਨੂੰ ਤੁਰੰਤ ਨਤੀਜੇ ਦੀ ਉਮੀਦ ਤੋਂ ਛੁਟਕਾਰਾ ਮਿਲੇਗਾ। ਅਜਿਹਾ ਵਿਸ਼ਵਾਸ ਕਿ ਸਫਲਤਾ ਤੁਹਾਡੇ ਫਾਸਟ ਫੂਡ, 1 ਘੰਟੇ ਦੇ ਗਲਾਸ, 30 ਮਿੰਟਾਂ ਦੀ ਫੋਟੋ ਪ੍ਰੋਸੈਸਿੰਗ, ਤੁਹਾਡੀ ਰਾਤੋਂ ਰਾਤ ਚਿੱਠੀ, ਤੁਹਾਡੇ ਮਾਈਕ੍ਰੋਵੇਵ ਅੰਡਿਆਂ, ਤੁਹਾਡੇ ਤੁਰੰਤ ਗਰਮ ਪਾਣੀ ਅਤੇ ਟੈਕਸਟ ਮੈਸੇਜ ਜਿੰਨੀ ਤੇਜ਼ ਹੋਣੀ ਚਾਹੀਦੀ ਹੈ, ਇੰਨਾ ਕਾਫੀ ਹੈ ਨਾ? ਆਪਣੇ ਆਪ ਨਾਲ ਵਾਅਦਾ ਕਰੋ ਕਿ ਤੁਸੀਂ ਇੱਕੋ ਝਟਕੇ ਵਿੱਚ ਅਤੇ ਹਮੇਸ਼ਾ ਲਈ ਆਪਣੀਆਂ ਲਾਟਰੀ ਜਿੱਤਾਂ ਦੀਆਂ ਉਮੀਦਾਂ ਜਾਣ ਦਿਓਗੇ। ਕਿਉਂਕਿ ਆਓ ਇਸ ਦਾ ਸਾਹਮਣਾ ਕਰੀਏ, ਤੁਸੀਂ ਸਿਰਫ ਇੱਕ ਵਿਜੇਤਾ ਦੇ ਬਾਰੇ ਕਹਾਣੀ ਸੁਣਦੇ ਹੋ, ਲੱਖਾਂ ਹਾਰਨ ਵਾਲਿਆਂ ਨੂੰ ਨਹੀਂ। ਉਹ ਵਿਅਕਤੀ ਜਿਸ ਨੂੰ ਤੁਸੀਂ ਵੇਗਸ ਸਲਾਟ ਮਸ਼ੀਨ ਦੇ ਸਾਹਮਣੇ ਜਾਂ ਸੈਂਟਾ ਅਨੀਟਾ ਘੋੜੇ ਦੇ ਟਰੈਕ ਤੇ ਖੁਸ਼ੀ ਨਾਲ ਛਾਲਾਂ ਮਾਰਦੇ ਦੇਖਦੇ ਹੋ, ਤੁਹਾਨੂੰ ਉਹ ਨਹੀਂ ਦਿਖਾਉਂਦੇ ਜੋ ਹਾਰਦੇ ਹਨ। ਜੇ ਅਸੀਂ ਸਕਾਰਾਤਮਕ ਨਤੀਜੇ ਦੇ ਆਪਣੇ ਗਣਿਤਿਕ ਗਿਆਨ ਤੇ ਵਾਪਸ ਚਲੀਏ, ਦੁਬਾਰਾ ਸਾਡੇ ਕੋਲ 0 ਦੀ ਗੋਲ ਸ਼ਕਲ ਸਾਹਮਣੇ ਆਵੇਗੀ, ਯਾਨੀ ਤੁਹਾਡੇ ਕੋਲ ਜਿੱਤਣ ਦਾ 0 ਮੌਕਾ ਹੈ। ਹਾਰਵਰਡ ਦੇ ਮਨੋਵਿਗਿਆਨਕ ਡੈਨੀਅਲ ਗਿਲਬਰਟ ਟੰਬਲਿੰਗ ਔਨ ਹੈਪੀਨੈਸ ਦੇ ਲੇਖਕ ਕਹਿੰਦੇ ਹਨ ਕਿ ਜੇ ਅਸੀਂ ਟੀਵੀ ਤੇ ਹਰ 30 ਸੈਕਿੰਡ ਲਈ ਲਾਟਰੀ ਹਾਰਨ ਵਾਲਿਆਂ ਨੂੰ ਘੋਸ਼ਣਾ ਕਰਨ ਲਈ ਦਈਏ ਕਿ ਮੈਂ ਹਾਰ ਗਿਆ ਹਾਂ, ਨਾ ਕਿ ਮੈਂ ਜਿੱਤ ਗਿਆ ਹਾਂ, ਇੱਕੋ ਲਾਟਰੀ ਦੇ ਹਾਰਨ ਵਾਲਿਆਂ ਨੂੰ ਟੀਵੀ ਉੱਤੇ ਪੂਰਾ ਦਿਖਾਉਣ ਵਿੱਚ ਤਕਰੀਬਨ 9 ਸਾਲ ਲੱਗਣਗੇ। ਜਦੋਂ ਤੁਸੀਂ ਸਮਝ ਜਾਂਦੇ ਹੋ ਕਿ ਸੰਯੁਕਤ ਪ੍ਰਭਾਵ ਕਿਵੇਂ ਕੰਮ ਕਰਦਾ ਹੈ, ਤੁਸੀਂ ਜਲਦੀ ਇਲਾਜ ਜਾਂ ਚਾਂਦੀ ਦੀਆਂ ਗੋਲੀਆਂ ਨਹੀਂ ਲੱਭੋਗੇ। ਆਪਣੇ ਆਪ ਨੂੰ ਇਸ ਵਿਸ਼ਵਾਸ ਵਿੱਚ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਿ ਇੱਕ ਉੱਤਮ ਸਫਲ ਐਥਲੀਟ ਨੂੰ ਨਿਯਮਿਤ ਤੌਰ ਤੇ ਹੱਡੀਆਂ ਨੂੰ ਤੋੜਨ ਵਾਲਾ ਹਜ਼ਾਰਾਂ ਘੰਟਿਆਂ ਦਾ ਅਭਿਆਸ ਨਹੀਂ ਕਰਨਾ ਪੈਂਦਾ। ਉਹ ਅਭਿਆਸ ਕਰਨ ਲਈ ਜਲਦੀ ਉੱਠਿਆ ਹੋਵੇਗਾ ਅਤੇ ਉਸ ਸਮੇਂ ਤੱਕ ਅਭਿਆਸ ਕਰਦਾ ਰਿਹਾ ਹੋਵੇਗਾ ਜਦੋਂ ਕਿ ਦੂਸਰੇ ਸਾਰੇ ਰੁਕ ਗਏ ਸਨ। ਉਸਨੇ ਨੰਬਰ 1 ਬਣਨ ਲਈ ਕਈ ਵਾਰ ਅਸਫਲਤਾ, ਇਕੱਲੇਪਣ, ਸਖਤ ਮਿਹਨਤ ਅਤੇ ਨਿਰਾਸ਼ਾ ਦਾ ਸਾਹਮਣਾ ਕੀਤਾ ਹੋਵੇਗਾ। ਇਸ ਕਿਤਾਬ ਦੇ ਅੰਤ ਵਿੱਚ ਜਾਂ ਇਸ ਤੋਂ ਪਹਿਲਾਂ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਰੂਹ ਤੱਕ ਇਹ ਜਾਣ ਜਾਓ ਕਿ ਸਫਲਤਾ ਦਾ ਤੁਹਾਡਾ ਇੱਕੋ ਇੱਕ ਰਸਤਾ ਲਗਾਤਾਰ ਚੱਲਣ ਵਾਲਾ, ਬਦਸੂਰਤ, ਬੇਹਿਸਾਬ ਅਤੇ ਕਈ ਵਾਰ ਮੁਸ਼ਕਲਾਂ ਭਰੇ ਅਨੁਸ਼ਾਸਨਾਂ ਦੇ ਜ਼ਰੀਏ ਜਾਂਦਾ ਹੈ। ਇਹ ਵੀ ਜਾਣੋ ਕਿ ਜਦੋਂ ਤੁਸੀਂ ਸੰਯੁਕਤ ਪ੍ਰਭਾਵ ਨੂੰ ਕੰਮ ਉੱਤੇ ਲਗਾਉਂਦੇ ਹੋ ਤਾਂ ਨਤੀਜੇ, ਜ਼ਿੰਦਗੀ ਅਤੇ ਤੁਹਾਡੇ ਸੁਪਨਿਆਂ ਦੀ ਜੀਵਨ ਸ਼ੈਲੀ ਤੁਹਾਡੀ ਹੋ ਸਕਦੀ ਹੈ। ਜੇ ਤੁਸੀਂ ਸੰਯੁਕਤ ਪ੍ਰਭਾਵ ਵਿੱਚ ਦੱਸੇ ਗਏ ਸਿਧਾਂਤਾਂ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ ਸੁਪਨਿਆਂ ਦੀ ਕਹਾਣੀ ਤੱਕ ਪਹੁੰਚ ਜਾਓਗੇ। ਚਿੱਤਰ 2 ਦੇਖੋ। ਕੀ ਮੈਂ ਆਪਣੀ ਗੱਲ ਸਮਝਾ ਦਿੱਤੀ? ਬਹੁਤ ਵਧੀਆ। ਅਗਲੇ ਪਾਠ ਵਿੱਚ ਮੇਰੇ ਨਾਲ ਸ਼ਾਮਿਲ ਹੋਵੋ ਜਿੱਥੇ ਅਸੀਂ ਇੱਕੋ ਚੀਜ਼ ਉੱਤੇ ਧਿਆਨ ਕੇਂਦਰਿਤ ਕਰਾਂਗੇ ਜੋ ਤੁਹਾਡੀ ਜ਼ਿੰਦਗੀ ਨੂੰ ਨਿਰੰਤਰਿਤ ਕਰਦੀ ਹੈ। ਹਰ ਜਿੱਤ ਜਾਂ ਹਾਰ, ਸਫਲਤਾ ਜਾਂ ਅਸਫਲਤਾ ਇਸ ਦੇ ਨਾਲ ਸ਼ੁਰੂ ਹੁੰਦੀ ਹੈ। ਹਰ ਚੀਜ਼ ਜੋ ਤੁਹਾਡੇ ਜੀਵਨ ਵਿੱਚ ਤੁਹਾਡੇ ਕੋਲ ਹੈ ਜਾਂ ਨਹੀਂ ਹੈ ਵਿੱਚ ਇਹ ਕਾਰਨ ਹੈ। ਇਸ ਨੂੰ ਬਦਲਣਾ ਸਿੱਖੋ ਅਤੇ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ। ਆਓ ਜਾਣੀਏ ਕਿ ਇਹ ਕੀ ਹੈ। ਸੰਯੁਕਤ ਪ੍ਰਭਾਵ ਹਮੇਸ਼ਾ ਕੰਮ ਕਰਦਾ ਹੈ। ਤੁਸੀਂ ਇਸ ਨੂੰ ਤੁਹਾਡੇ ਹਿੱਤ ਵਿੱਚ ਵਰਤਣ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਅਤੇ ਇਸ ਸ਼ਕਤੀਸ਼ਾਲੀ ਸਿਧਾਂਤ ਦੇ ਨਕਾਰਾਤਮਕ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਗ੍ਰਾਫ ਤੇ ਕਿੱਥੇ ਹੋ। ਅੱਜ ਤੋਂ ਤੁਸੀਂ ਸਧਾਰਨ ਸਕਾਰਾਤਮਕ ਤਬਦੀਲੀਆਂ ਕਰਨ ਦਾ ਫੈਸਲਾ ਕਰ ਸਕਦੇ ਹੋ ਅਤੇ ਸੰਯੁਕਤ ਪ੍ਰਭਾਵ ਤੁਹਾਨੂੰ ਲੈ ਕੇ ਜਾ ਸਕਦਾ ਹੈ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।